ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ, ਭੀਤਰ ਬੱਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸ ਹੋ ਕੁਰਸ ਹੋ ਝਟੀਐ। ਦੁੱਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵਿਸਾਹੋ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਹਰ ਸੱਜਣ ਦਾਵਣ ਲੱਗਿਆ, ਕਿਸੈ ਨ ਦੇਈ ਬੰਨ। ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਹਰ ਸੱਜਣ ਦਾਵਣ ਲੱਗਿਆ, ਕਿਸੈ ਨ ਦੇਈ ਬੰਨ। ਮਾਣਕ ਮੋਤੀ ਨਾਮ ਪ੍ਰਭ, ਉਨ ਲੱਗੈ ਨਾਹੀ ਸੰਨ। ਰੰਗ ਸਭੇ ਨਾਰਾਇਣ, ਜੇਤੇ ਮਨ ਪਾਵਨ। ਜੋ ਹਰ ਲੋੜੇ ਸੋ ਕਰੇ,
सोई जी कराना। जो प्रभ कीते आपने सेई कहियह धन। आपन लिया जे मिलै विछड़ क्यों रवाना। साधु संग प्रापते नानक रंग मानन। हर जेठ रंगीला तिस धनी जिसकै भाग मथान। साधु संग प्रापते नानक रंग मानन। हर जेठ रंगीला तिस धनी जिसकै भाग मथान। वाहिगुरु जी का खालसा वाहिगुरु जी की फतेह। परम सन्मानयोग जुगो जुग अटल चबर छतर तख्त दे मालक बाणी के बोहित जाहरा जहूर हाजरा हजूर। सर्व कला समरथ धन धन साहिब श्री गुरु ग्रंथ साहिब। सच्चे सतगुरु जी दी पावन पवित्र निੱਘੀ गोद अंदर जुड़ बैठे गुरु रूप गुरु सवारे खालसा साध संगत जियो। आप जी वडभागे हो जो दशमेश पिता गुरु कलगीधर सतगुरु अमृत के दाते सर्वंस दानी सहबे कमाल। धन धन साहिब श्री गुरु गोबिंद सिंह महाराज जी दी चरण छो धरती महान पवित्र अस्थान गुरुद्वारा मंजी साहिब आलमगीर विखे अमृत वेले तो सगरांद दे दिहाड़े नूं मुख रखदियां होइयां हाजरियां भर के सत संगत करके सतगुरु महाराज जी दियां खुशियां प्राप्त कर रहे हो। साहिबां दे पावन दरबार दे विच अमृत वेले तो सजे दीवाना विच आप जी ने हुणे ही सत्कारयोग गुरु घर दे कीर्तनियां पासों श्री आसा जी की वार दे कीर्तन श्रवण कीते हन। सो आओ गुरु सवारियो समा है जो गुरु साहिबान जी ने साडे उत्ते बख्शिश कीती है। अज जेठ दी सगरांद दा दिन है ते जेठ दे महीने द्वारा सतगुरु जी सानू 12 महानामे बाणी दे विच पावन उपदेश बख्शिश कर रहे ने। आपां ने इस पावन शब्द की विचार श्रवण करनी है क्योंकि जदों सतगुरु साहिबान दे समा सी जदों कोई दिन दिहाड़ा होना सगरांद होनी मस्सिया होनी पुन्निया होनी तो उदों लोग जिहड़े सन पंडितां कोल जांदे सन। पंडितां नूं जाके पुछदे सी पंडित जी अज किहड़ा महीना चढ़िया है ते पंडित जी नाल दछना लैंदे सन ते नाल पंडित जी फिर महीने का नाम दसदे सन। इस तरह जिहड़ी ये रीति चली आ रही सी। फिर मस्सिया का दिन भी इस तरह पुछना, दसवीं पुछनी, सगरांद पुछनी, पुन्निया पुछनी। तो जो गुरु साहिबान के चरणा सिखा ने बेनती की कि पातशाह जी आप जी कहते हो कि किस सिख ने किसी पंडित नूं जाके अपना हाथ नहीं दिखाना, पंडित को पुछना नहीं लैनी है।
ਤੇ ਸਤਿਗੁਰੂ ਜਦੋਂ ਮਹੀਨਾ ਹੁੰਦਾ, ਸੰਗਰਾਂਦ ਦਾ ਦਿਨ ਹੋਵੇ ਜਾਂ ਹੋਰ ਕੋਈ ਦਿਹਾੜਾ ਹੋਵੇ, ਤੇ ਜਿੰਨੇ ਵੀ ਇੱਥੋਂ ਦੇ ਲੋਕ ਨੇ, ਇਹ ਲੋਕ ਸਾਰੇ ਪੰਡਤਾਂ ਕੋਲ ਜਾਂਦੇ ਨੇ ਤੇ ਸਤਿਗੁਰੂ ਜੀ ਸਾਨੂੰ ਕੀ ਹੁਕਮ ਹੈ। ਤੇ ਗੁਰੂ ਸਾਹਿਬਾਨ ਜੀ ਕਹਿਣ ਲੱਗੇ ਕਿ ਭਾਈ ਜਿਹੜੀ ਅਸੀਂ ਪਾਵਨ ਬਾਣੀ 12 ਮਹਾਨਾਮੇ ਬਾਣੀ ਉਚਾਰਨ ਕੀਤੀ ਹੈ, ਉਸ ਬਾਣੀ ਨੂੰ ਪੜ੍ਹ ਲੈਣਾ ਤੇ ਬਾਣੀ ਨੂੰ ਵਿਚਾਰ ਲੈਣਾ। ਕਹਿੰਦੇ ਸਿੱਖ ਨੂੰ ਕਿਸੇ ਪੰਡਤ ਕੋਲ ਜਾਣ ਦੀ ਲੋੜ ਨਹੀਂ ਹੈ। ਸਿੱਖ ਨੇ ਬਾਣੀ ਦੇ ਵਿੱਚੋਂ ਪੜ੍ਹ ਕੇ ਹੀ ਸਿੱਖਿਆ ਲੈਣੀ ਹੈ ਕਿ ਸਾਡਾ ਗੁਰੂ ਸਾਨੂੰ ਕੀ ਕਹਿ ਰਿਹਾ ਹੈ ਤੇ ਆਪਾਂ ਕੀ ਕਰ ਰਹੇ ਹਾਂ। ਜੋ ਗੁਰੂ ਦਾ ਹੁਕਮ ਹੈ, ਗੁਰੂ ਦੇ ਉਪਦੇਸ਼ ਅਨੁਸਾਰ ਸਿੱਖ ਨੇ ਆਪਣੇ ਜੀਵਨ ਨੂੰ ਬਤੀਤ ਕਰਨਾ ਹੈ। ਜੋ ਇਹ ਸੰਗਰਾਂਦ ਹੈ, ਇਹ ਸੰਸਕ੍ਰਿਤ ਦਾ ਸ਼ਬਦ ਹੈ। ਸੰਕਰਾਂਤ ਪਹਿਲਾ ਨਾਮ ਹੈ ਸੰਕਰਾਂਤ, ਤੇ ਵਿਗੜ ਕੇ ਬਣ ਗਿਆ ਸੰਗਰਾਂਦ। ਜਦੋਂ ਸੂਰਜ ਇੱਕ ਰਾਸ ਤੋਂ ਦੂਸਰੀ ਰਾਸ ਵਿੱਚ ਪਹੁੰਚਦਾ ਹੈ, ਉਦੋਂ ਸਮੇਂ ਵਿੱਚ ਤਬਦੀਲੀ ਆਉਂਦੀ ਹੈ। ਤੇ ਹਿੰਦੂ ਮਤ ਅਨੁਸਾਰ ਹਿੰਦੂ ਵੀਰ ਇਸ ਦਿਨ ਫਿਰ ਸੂਰਜ ਨੂੰ ਦੇਵਤਾ ਮੰਨ ਕੇ ਸੂਰਜ ਦੀ ਪੂਜਾ ਕਰਦੇ ਹਨ। ਪਰ ਗੁਰੂ ਸਾਹਿਬਾਨ ਜੀ ਕਹਿੰਦੇ ਨਹੀਂ, ਇੱਕ ਅਕਾਲ ਪੁਰਖ ਦੀ ਪੂਜਾ ਕਰਨੀ। ਸਿੱਖ ਕਿਸੇ ਸੂਰਜ ਦਾ ਉਪਾਸ਼ਕ ਨਹੀਂ, ਸਿੱਖ ਚੰਦਰਮਾ ਦਾ ਉਪਾਸ਼ਕ ਨਹੀਂ, ਸਿੱਖ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਉਪਾਸ਼ਕ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬਚਨਾਂ ਪੜ੍ਹਦੇ ਆ, ਪਾਤਸ਼ਾਹ ਕਹਿੰਦੇ ਨੇ ਕਿ ਹੇ ਰੱਬ, ਹੇ ਸੱਸ, ਹੇ ਕਰਣਾ ਨਿਧ, ਮੇਰੀ ਅਬੈ ਬਿਨਤੀ ਸੁਣ ਲੀਜੈ, ਔਰ ਨ ਮੰਗਤ ਹੋਂ ਤੁਮ ਤੇ ਕਛ, ਚਾਹਤ ਹੋਂ ਚਿਤ ਮੈਂ ਸੋਈ ਕੀਜੈ। ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਉਸ ਨਿਰੰਕਾਰ ਨੂੰ ਆਖਿਆ ਕਿ ਪਰਮਾਤਮਾ ਤੂੰ ਹੀ ਮੇਰਾ ਸੂਰਜ ਹੈ, ਤੂੰ ਹੀ ਮੇਰਾ ਚੰਦਰਮਾ ਹੈ, ਤੂੰ ਹੀ ਕਿਰਪਾ ਦਾ ਨਿਧਾਨ ਖਜ਼ਾਨਾ ਹੈ। ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ, ਤੇਰੇ ਅੱਗੇ ਮੈਂ ਬੇਨਤੀ ਕਰਦਾ ਹਾਂ, ਤੇ ਆਪ ਜੀ ਮੇਰੀ ਬੇਨਤੀ ਨੂੰ ਸੁਣਨਾ ਕਰੋ। ਤੇ ਇਸ ਕਰਕੇ ਗੁਰੂ ਸਾਹਿਬਾਨ ਨੇ ਸਾਨੂੰ ਇੱਕ ਨਿਰੰਕਾਰ ਦੇ ਲੜ ਲਾਇਆ ਹੈ ਕਿ ਨਿਰੰਕਾਰ ਦੀ ਪੂਜਾ ਕਰਨੀ ਹੈ, ਉਸ ਵਾਹਿਗੁਰੂ ਦੀ ਆਰਾਧਨਾ ਕਰਨੀ ਹੈ। ਕਿਉਂਕਿ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਲੋਕਾਂ ਨੇ ਪਰਮਾਤਮਾ ਨੂੰ ਬੜੇ ਨਾਮ ਦੇਣਾ ਕੀਤੇ ਨੇ। ਕੋਈ ਪਰਮਾਤਮਾ ਨੂੰ ਕੁਝ ਆਖਦਾ, ਕੋਈ ਪਰਮਾਤਮਾ ਨੂੰ ਕੁਝ ਆਖਦਾ ਹੈ। ਇੱਥੋਂ ਤੱਕ ਇਹ ਹਿੰਦੁਸਤਾਨ ਦੀ ਧਰਤੀ ਐਸੀ ਹੈ ਜਿਸ ਧਰਤੀ ਦੇ ਉੱਤੇ ਪੱਥਰਾਂ ਦੀ ਪੂਜਾ ਕੀਤੀ ਜਾਂਦੀ ਹੈ, ਜਿਸ ਧਰਤੀ ਦੇ ਉੱਤੇ ਜਾਨਵਰਾਂ ਦੀ ਪੂਜਾ ਕੀਤੀ ਜਾਂਦੀ ਹੈ, ਜਿਸ ਧਰਤੀ ਦੇ ਉੱਤੇ ਗੁਰੂ ਸਵਾਰਿਓ ਦਰੱਖਤਾਂ ਦੀ ਪੂਜਾ ਕੀਤੀ ਜਾਂਦੀ ਹੈ। ਪਰ ਗੁਰੂ ਸਾਹਿਬਾਨ ਜੀ ਕਹਿੰਦੇ ਹਿੰਦੁਸਤਾਨ ਦੇ ਲੋਕ ਕਰਦੇ ਹੋਣਗੇ ਪੂਜਾ, ਦਰੱਖਤਾਂ ਨੂੰ, ਮੜੀਆਂ ਨੂੰ ਪੂਜਦੇ ਹੋਣਗੇ, ਪੱਥਰਾਂ ਨੂੰ ਪੂਜਦੇ ਹੋਣਗੇ, ਪਰ ਜਿਹੜਾ ਮੇਰਾ ਸਿੱਖ ਹੈ, ਸਿੱਖ ਕੇਵਲ ਤੇ ਕੇਵਲ ਸ਼ਬਦ ਦਾ ਉਪਾਸ਼ਕ ਹੈ, ਉਹ ਸ਼ਬਦ ਦਾ ਪੁਜਾਰੀ ਹੈ। ਸਿੱਖ ਸ਼ਬਦ ਦੀ ਪੂਜਾ ਕਰਦਾ। ਕਿਸੇ ਮੜੀ ਅੱਗੇ ਸਿੱਖ, ਕਿਸੇ ਪਿੱਪਲ ਅੱਗੇ ਸਿੱਖ, ਕਿਸੇ ਇਸੇ ਤਰ੍ਹਾਂ ਗੁਰੂ ਸਵਾਰਿਓ ਪੱਥਰ ਦੀ ਮੂਰਤ ਅੱਗੇ ਸਿੱਖ ਜਾ ਕੇ ਸੀਸ ਨਹੀਂ ਝੁਕਾਉਂਦਾ ਹੈ। ਸਿੱਖ ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਆਪਣਾ ਇਸ਼ਟ ਮੰਨ ਕੇ ਅਕਾਲ ਪੁਰਖ ਦੀ ਹੀ ਪੂਜਾ ਕਰਦਾ ਹੈ। ਇਸ ਕਰਕੇ ਇੱਥੇ ਸਤਿਗੁਰੂ ਮਹਾਰਾਜ ਅੱਜ ਦੇ ਪਾਵਨ ਸ਼ਬਦ ਦੁਆਰਾ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ ਤੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੇਠ ਜੁੜਨ ਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਹਰ ਸੱਜਣ ਦਾਵਣ ਲੱਗਿਆ, ਕਿਸੈ ਨ ਦੇਈ ਬੰਨ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ, ਸ਼ਹੀਦਾਂ ਦੇ ਸਰਤਾਜ, ਬਾਣੀ ਕੇ ਬੋਹਿਤ ਸਤਿਗੁਰੂ ਜੀ।
ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। 12 ਮਹਾਨਾਮੇ ਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਦਾ ਇਹ ਚੌਥਾ ਸ਼ਬਦ ਹੈ। 134 ਅੰਕ ਦੇ ਸੁਸ਼ੋਭਿਤ ਹੈ ਤੇ ਸਤਿਗੁਰੂ ਮਹਾਰਾਜ ਅੱਜ ਦੇ ਇਸ ਪਾਵਨ ਸ਼ਬਦ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਨੇ। ਕਿਉਂਕਿ ਜਿਹੜਾ ਇਹ ਜੇਠ ਤੇ ਹਾੜ ਦੇ ਮਹੀਨੇ ਮੰਨੇ ਗਏ ਨੇ, ਇਹ ਅੱਤ ਦੀ ਗਰਮੀ ਦੇ ਮਹੀਨੇ ਮੰਨੇ ਗਏ ਹਨ। ਇਹਨਾਂ ਗਰਮੀ ਤੋਂ ਬਚਣ ਦੇ ਲਈ ਆਪਾਂ ਸਾਰੇ ਹੀ, ਕੋਈ ਗੁਰੂ ਪੱਖਿਆਂ ਦਾ ਸਹਾਰਾ ਲੈ ਰਿਹਾ, ਕੋਈ ਕੂਲਰਾਂ ਦਾ ਸਹਾਰਾ, ਕੋਈ ਏਸੀਆਂ ਦਾ ਸਹਾਰਾ ਲੈ ਰਿਹਾ ਹੈ ਅਤੇ ਆਪਣੇ ਆਪ ਨੂੰ ਆਪਾਂ ਫਿਰ ਗਰਮੀ ਜਿਹੜੀ ਹੈ ਸਾਡੀ ਦੂਰ ਹੁੰਦੀ ਹੈ। ਪਰ ਸਤਿਗੁਰੂ ਕਹਿੰਦੇ ਨੇ ਕਿ ਬਾਹਰ ਦੀ ਜਿਹੜੀ ਗਰਮੀ ਹੈ, ਸਰੀਰ ਨੂੰ ਠੰਡ ਦੇਣ ਦੇ ਲਈ ਇਹ ਜੀਵ ਤੂੰ ਪੱਖਿਆਂ ਕੋਲ ਜਾ ਕੇ ਬੈਠ ਗਿਆ ਅਤੇ ਤੂੰ ਪੱਖਿਆਂ ਥੱਲੇ ਬੈਠ ਗਿਆ, ਏਸੀ ਥੱਲੇ ਜਾ ਕੇ ਬੈਠ ਗਿਆ। ਸਰੀਰ ਤੇਰਾ ਬੇਸ਼ੱਕ ਠੰਡਾ ਹੋ ਜਾਵੇਗਾ, ਪਰ ਜਿਹੜੇ ਤੇਰੇ ਅੰਦਰ ਜਿਹੜੀ ਤੇਰੇ ਵਿਸ਼ਿਆਂ ਦੀ, ਵਿਕਾਰਾਂ ਦੀ ਅੱਗ ਵਾਲੀ ਭਾਂਬੜ ਬਲ ਰਹੇ ਨੇ ਨਾ, ਈਰਖਾ ਦੇ ਭਾਂਬੜ, ਉਹ ਏਸੀ ਥੱਲੇ ਬੈਠ ਕੇ, ਪੱਖੇ ਥੱਲੇ ਬੈਠ ਠੰਡੇ ਨਹੀਂ ਹੋਣੇ। ਉਹਨੂੰ ਠੰਡਾ ਕਰਨ ਦੇ ਲਈ ਤੈਨੂੰ ਪਰਮਾਤਮਾ ਦੇ ਨਾਮ ਨੂੰ ਜਪਣਾ ਪਵੇਗਾ, ਤੈਨੂੰ ਗੁਰੂ ਦੀ ਗੱਲ ਮੰਨਣੀ ਪਵੇਗੀ। ਗੁਰਬਾਣੀ ਵਿੱਚ ਪਾਤਸ਼ਾਹ ਨੇ ਫੈਸਲਾ ਕੀਤਾ, ਸਤਿਗੁਰੂ ਫਰਮਾਨ ਕਰਦੇ ਨੇ ਕਿ ਚੰਦਨ ਚਾਂਦਨਾ ਸਰਦ ਰੁੱਤ, ਮੂਲ ਨ ਮਿਟਈ ਘਾਮ, ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਸਤਿਗੁਰੂ ਕਹਿੰਦੇ ਜਿਹੜੇ ਉਸ ਹਰੀ ਦਾ ਨਾਮ ਨੂੰ ਜਪਦੇ ਨੇ ਨਾ, ਅਸਲ ਵਿੱਚ ਉਹਨਾਂ ਦਾ ਅੰਤਕਰਨ ਠੰਡਾ ਹੁੰਦਾ ਹੈ, ਉਹਨਾਂ ਨੂੰ ਠੰਡ ਪ੍ਰਾਪਤ ਹੁੰਦੀ ਹੈ ਅਤੇ ਬਾਕੀ ਸਾਰੇ ਜੀਵ ਇਸੇ ਤਰ੍ਹਾਂ ਭਟਕਣਾ ਵਿੱਚ ਲੱਗੇ ਰਹਿੰਦੇ ਨੇ। ਫਿਰ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਸਵਾਲ ਕਰਤਾ ਕਿ ਪਾਤਸ਼ਾਹ ਜੀ, ਕੋਈ ਕਿਸੇ ਨਾਲ ਜੁੜਿਆ ਹੋਇਆ, ਕੋਈ ਕਿਸੇ ਨਾਲ ਜੁੜਿਆ ਹੋਇਆ ਹੈ, ਆਪ ਜੀ ਕਿਰਪਾ ਕਰੇ ਸੋ ਅਸੀਂ ਕਿਹਦੇ ਨਾਲ ਜੁੜਨਾ ਕਰੀਏ, ਕਿਹਦੇ ਨਾਲ ਜੀਵ ਨੂੰ ਜੁੜਨਾ ਚਾਹੀਦਾ। ਅਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ, ਹਰ ਜੇਠ ਜੁੜੰਦਾ ਲੋੜੀ ਹੈ, ਜਿਸ ਅੱਗੇ ਸਭ ਦੀਵਾਨ। ਹੇ ਭਾਈ, ਜਿਸ ਪਰਮੇਸ਼ਰ ਦੇ ਅੱਗੇ ਸਾਰੀਆਂ ਸ਼ਕਤੀਆਂ ਨਿਵੰਨ ਨਿਉ ਜਾਂਦੀਆਂ ਨੇ, ਭਾਵ ਜਿਸ ਪਰਮੇਸ਼ਰ ਨੂੰ ਸਾਰਾ ਸੰਸਾਰ ਸਜਦਾ ਕਰਦਾ ਹੈ, ਜਿਹੜਾ ਸਾਰੀ ਕਾਇਨਾਤ ਦਾ ਮਾਲਕ ਹੈ, ਐਸੇ ਪਰਮੇਸ਼ਰ ਦੇ ਨਾਲ ਮਨੁੱਖਾ ਜਨ ਰੂਪੀ ਜੇਠ ਦੇ ਮਹੀਨੇ ਵਿੱਚ ਜੁੜਨਾ ਚਾਹੀਦਾ ਹੈ। ਭਾਵ ਇੱਕ ਪਰਮੇਸ਼ਰ ਦੇ ਲੜ ਲੱਗਣਾ ਚਾਹੀਦਾ ਹੈ, ਇੱਕ ਅਕਾਲ ਪੁਰਖ ਦੀ ਆਰਾਧਨਾ ਕਰਨੀ ਚਾਹੀਦੀ ਹੈ। ਇੱਕ ਪਰਮੇਸ਼ਰ ਨੂੰ ਛੱਡ ਕੇ ਜੀਵ ਨੂੰ ਥਾਵਾਂ ਥਾਵਾਂ 'ਤੇ ਆਪਣਾ ਸੀਸ ਨਹੀਂ ਝੁਕਾਉਣਾ ਚਾਹੀਦਾ। ਗੁਰਬਾਣੀ ਦਾ ਫਰਮਾਨ ਹੈ, ਸਤਿਗੁਰੂ ਜੀ ਬਚਨ ਕਰਦੇ ਨੇ ਕਿ ਹਰਸਿਉ ਜੁਰੈਤ ਸਭ ਕੋ ਮੀਤ, ਹਰਸਿਉ ਜੁਰੈ ਨ ਵਿਆਪੈ ਚੀਤ, ਹਰਸਿਉ ਜੁਰੈ ਨ ਵਿਆਪੈ ਕਾਰਾ, ਹਰਸਿਉ ਜੁਰੈ ਤਾਂ ਹੋਏ ਨਿਸਤਾਰਾ, ਰੇ ਮਨ ਮੇਰੇ ਤੂੰ ਹਰਸਿਉ ਜੋਰ, ਕਾਜ ਤੁਹਾਰੈ ਨਾਹੀ ਹੋਰ। ਗੁਰੂ ਸਾਹਿਬਾਨ ਜੀ ਨੇ ਫੈਸਲਾ ਕਰਤਾ, ਕਹਿੰਦੇ ਹੇ ਮਨਾ, ਤੂੰ ਉਸ ਅਕਾਲ ਪੁਰਖ ਨਾਲ ਜੁੜਨਾ ਕਰ, ਹਰੀ ਨਾਲ ਜੁੜਨਾ ਕਰ, ਤੈਨੂੰ ਕਿਸੇ ਪ੍ਰਕਾਰ ਦਾ ਝੋਰਾ ਨਹੀਂ ਵਿਆਪੇਗਾ। ਜੇ ਤੂੰ ਹਰੀ ਨਾਲ ਜੁੜ ਗਿਆ, ਤੇਰੀ ਸੰਸਾਰ ਜਿਹੜੇ ਦੁਸ਼ਮਣ ਇਤਿਆਦਿਕ ਨੇ ਨਾ, ਉਹਨਾਂ ਦੀ ਜਿਹੜੀ ਗਿਣਤੀ ਘਟ ਜਾਵੇਗੀ, ਉਹ ਵੀ ਤੇਰੇ ਮਿੱਤਰ ਬਣ ਜਾਣਗੇ। ਇਸ ਕਰਕੇ ਗੁਰੂ ਸਵਾਰੇ ਉਹ ਜਿਹਦੇ ਅੱਗੇ ਸਾਰੀਆਂ ਸ਼ਕਤੀਆਂ ਨੇ ਆਉਂਦੀਆਂ ਨੇ, ਜਿਹਨੂੰ ਸਾਰਾ ਸੰਸਾਰ ਸਜਦਾ ਕਰਦਾ ਹੈ, ਉਸ ਮਾਲਕ ਨਾਲ ਕਹਿੰਦੇ ਉਸ ਹਰੀ ਵਾਹਿਗੁਰੂ ਨਾਲ ਜੁੜਨਾ ਚਾਹੀਦਾ ਹੈ, ਜਿਹੜਾ ਹਰੀ ਪਰਮਾਤਮਾ ਸਾਰਿਆਂ ਦੀ ਪਾਲਣਾ ਪੋਸ਼ਣਾ ਕਰਦਾ ਹੈ। ਕਿਉਂਕਿ ਪਰਮੇਸ਼ਰ ਜਿਹੜਾ ਹੈ ਸਭ ਤੋਂ ਵੱਡਾ ਹੈ, ਉਸ ਪਰਮੇਸ਼ਰ ਦੀ ਬਰੋਬਰਤਾ ਕੋਈ ਨਹੀਂ ਕਰ ਸਕਦਾ। ਦੇਖੋ, ਇਹ ਜੇਠ ਦਾ ਮਹੀਨਾ ਐਸਾ ਹੈ, ਇਸੇ ਹੀ ਜੇਠ ਦੇ ਮਹੀਨੇ ਦੇ ਵਿੱਚ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਅਸਹਿ ਤਸੀਹੇ ਦੇ ਕੇ ਜਾਸ਼ਾ ਦੇ ਕਾਨੂੰਨ ਅਧੀਨ ਸ਼ਹੀਦ ਕੀਤਾ ਗਿਆ ਸੀ। ਸਤਿਗੁਰੂ ਮਹਾਰਾਜ ਨੂੰ ਲਾਹੌਰ ਦੀ ਧਰਤੀ 'ਤੇ ਤੱਤੀ ਤਵੀ ਉੱਤੇ ਬਿਠਾ ਕੇ ਸ਼ਹੀਦ ਕੀਤਾ ਗਿਆ।
ਪਰ ਸਤਿਗੁਰੂ ਜੀ ਐਸੇ ਜੁੜੇ ਹੋਏ ਸਨ ਉਸ ਨਿਰੰਕਾਰ ਦੇ ਨਾਲ, ਅਕਾਲ ਪੁਰਖ ਨਾਲ ਇੱਕ ਮਿੱਕ ਸੀ ਕਿ ਅੱਗ ਵੀ ਜਿਹੜੀ ਸਤਿਗੁਰ ਦੇ ਸਰੀਰ ਨੂੰ ਬੇਸ਼ੱਕ ਸਾੜਦੀ ਸੀ, ਤਵੀ ਡਰਾ ਰਹੀ ਸੀ, ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਠੰਡ ਦੇ ਸੋਮੇ ਵਾਂਗ ਇਕਾਗਰ ਚਿੱਤ ਹੋ ਕੇ ਚੌਂਕੜਾ ਮਾਰ ਕੇ ਇੰਝ ਬੈਠੇ ਨੇ ਜਿਵੇਂ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਸਤਿਗੁਰੂ ਆਪਣੇ ਦੀਵਾਨਾਂ ਵਿੱਚ ਬੈਠਦੇ ਨੇ। ਭਾਵ ਜਿਵੇਂ ਸਤਿਗੁਰੂ ਸਰੀਰ ਬੇਸ਼ੱਕ ਸੜ ਗਿਆ, ਸਰੀਰ ਸੜ ਗਿਆ, ਦੇਗੇ ਨੇ ਸਤਿਗੁਰ ਦੇ ਸਰੀਰ ਨੂੰ ਉਬਾਲ ਦਿੱਤਾ, ਪਰ ਗੁਰੂ ਸਾਹਿਬ ਮਨ ਨੂੰ ਉਬਾਲਾ ਨਹੀਂ ਦੇ ਸਕੇ, ਅੰਦਰ ਨੂੰ ਉਬਾਲਾ ਨਹੀਂ ਦੇ ਸਕੇ। ਅੰਦਰ ਉਸੇ ਤਰ੍ਹਾਂ ਠੰਡਾ ਠਾਰ ਰਿਹਾ, ਸਰੀਰ ਖਤਮ ਹੋ ਗਿਆ, ਤੇ ਪਰ ਸਤਿਗੁਰੂ ਦੀ ਪ੍ਰੀਤੀ ਉਸ ਨਿਰੰਕਾਰ ਨਾਲ ਸੀ, ਵਾਹਿਗੁਰੂ ਨਾਲ ਸੀ, ਉਹ ਪ੍ਰੀਤੀ ਭੰਗ ਨਹੀਂ ਹੋਈ। ਇਸੇ ਤਰ੍ਹਾਂ ਉਹ ਨਿਰੰਤਰ ਇੱਕ ਰਸ ਉਸ ਮਾਲਕ ਦੇ ਚਰਨਾਂ ਵਿੱਚ ਜੁੜੇ ਰਹੇ ਹਨ। ਤੇ ਇਸ ਕਰਕੇ ਸਤਿਗੁਰੂ ਜੀ ਗੁਰਦੇਵ ਜੀ ਬਚਨ ਕਰਦੇ ਨੇ, ਕਹਿੰਦੇ ਭਾਈ ਉਸ ਮਾਲਕ ਨਾਲ ਜੁੜਨਾ ਚਾਹੀਦਾ ਹੈ ਜਿਹਦੇ ਅੱਗੇ ਸਾਰੀਆਂ ਸ਼ਕਤੀਆਂ ਨਿਵਾਨ ਆਉਂਦੀਆਂ ਹਨ। ਹਰ ਸੱਜਣ ਦਾਵਣ ਲੱਗੇ ਆ, ਕਿਸੈ ਨ ਦੇਈ ਬੰਨ। ਹਰ ਸੱਜਣ ਦਾਵਣ ਲੱਗੇ ਆ, ਦਾਵਣ ਦਾ ਅਰਥ ਹੈ ਪੱਲਾ, ਕਿ ਭਾਈ ਜਿਹੜੇ ਇਸ ਮਨੁੱਖਾ ਜਨਮ ਦੇ ਵਿੱਚ ਹਰੀ ਰੂਪੀ ਸੱਜਣ ਦੇ ਦਾਵਣ ਪੱਲੇ ਨਾਲ ਲੱਗ ਜਾਂਦੇ ਨੇ ਨਾ, ਉਹਨੂੰ ਫਿਰ ਕੋਈ ਵੀ ਬੰਨ੍ਹ ਨਹੀਂ ਸਕਦਾ ਹੈ। ਭਾਵ ਉਹ ਬੰਧਨਾਂ ਵਿੱਚ ਨਹੀਂ ਪੈਂਦੇ, ਉਹ ਬੰਧਨਾਂ ਤੋਂ ਰਹਿਤ ਹੋ ਜਾਂਦੇ ਨੇ। ਸਤਿਗੁਰੂ ਮਹਾਰਾਜ ਆਪਣੇ ਪਿਆਰਿਆਂ ਦੇ ਸਾਰੇ ਬੰਧਨਾਂ ਨੂੰ ਕੱਟ ਦਿੰਦੇ ਨੇ। ਗੁਰਬਾਣੀ ਨੇ ਫੈਸਲਾ ਕੀਤਾ, ਪਾਤਸ਼ਾਹ ਕਹਿੰਦੇ ਨੇ ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਾਟੇ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗੈ ਸੇਵ। ਤੇ ਇਸ ਤਰ੍ਹਾਂ ਗੁਰੂ ਸਵਾਰਿਓ ਉਹਨਾਂ ਨੂੰ ਬੰਧਨ ਨਹੀਂ ਪੈ ਸਕਦੇ ਹਨ। ਵਿਸ਼ਿਆਂ ਦੇ ਬੰਧਨ, ਵਿਕਾਰਾਂ ਦੇ ਬੰਧਨ, ਜੰਮਣ ਮਰਨ ਦੇ ਬੰਧਨ, ਇਹ ਸਾਰੇ ਜਿਹੜੇ ਬੰਧਨ ਨੇ ਉਹਨਾਂ ਦੇ ਖਤਮ ਹੋ ਜਾਂਦੇ ਨੇ। ਜੇ ਆਪਾਂ ਪ੍ਰਤੱਖ ਤੌਰ 'ਤੇ ਦੇਖੀਏ, ਗੁਰ ਇਤਿਹਾਸ ਦੀ ਗੱਲ ਕਰੀਏ, ਪਹਿਲੇ ਜਾਮੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਬਾਬਰ ਪਾਸੋਂ ਜਿਹੜੇ ਬੰਧਨਾਂ ਵਿੱਚ ਬੱਧੇ ਹੋਏ ਸਨ, ਜਦੋਂ ਬਾਬਰ ਨੇ ਏਮਨਾਬਾਦ ਦੀ ਧਰਤੀ 'ਤੇ ਹਮਲਾ ਕੀਤਾ, ਹਿੰਦੁਸਤਾਨ ਦੇ ਲੋਕਾਂ ਨੂੰ ਗੁਲਾਮ ਬਣਾਇਆ, ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬਾਬਰ ਦੀ ਕੈਦ ਵਿੱਚੋਂ ਉਹਨਾਂ ਲੋਕਾਂ ਨੂੰ ਛੁਡਾਉਣਾ ਕੀਤਾ। ਤੇ ਇਸੇ ਤਰ੍ਹਾਂ ਗੁਰੂ ਸਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ 52 ਰਾਜਪਤ ਰਾਜੇ ਜਿਹੜੇ ਸਨ ਉਹ ਛੁਡਾਏ ਨੇ, ਉਹਨਾਂ ਦੇ ਬੰਧਨ ਕਟਵਾਏ, ਜਿਨ੍ਹਾਂ ਦੀ ਜਿਉਣ ਦੀ ਆਸ ਖਤਮ ਹੋ ਚੁੱਕੀ ਸੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਏ ਨੇ, ਸਤਿਗੁਰੂ ਨੂੰ ਦੇਖ ਕੇ ਆਸ ਜਾਗੀ, ਤੇ ਗੁਰੂ ਸਾਹਿਬਾਨ ਜੀ ਨੇ ਬਖਸ਼ਿਸ਼ ਕੀਤੀ। ਜੇ ਸਤਿਗੁਰੂ ਆਪ ਬਾਹਰ ਆਏ ਨੇ, ਉਹਨਾਂ ਨੂੰ ਵੀ ਨਾਲ ਲੈ ਕੇ ਆਏ ਨੇ। ਇਸੇ ਤਰ੍ਹਾਂ ਹੀ ਮਰਵਾੜ ਦੀ ਧਰਤੀ ਹੈ, ਮਲਵਾੜ, ਜਦੋਂ ਆਪਾਂ ਹਜ਼ੂਰ ਸਾਹਿਬ ਦੀ ਧਰਤੀ 'ਤੇ ਜਾਂਦੇ ਹਾਂ, ਤੇ ਰਸਤੇ ਵਿੱਚ ਇਹ ਅਸਥਾਨ ਆਉਂਦਾ ਹੈ ਜਦੋਂ ਸਤਿਗੁਰੂ ਮਹਾਰਾਜ ਨੇ ਬਾਲਾ ਰਾਏ ਤੇ ਰੁਸਤਮ ਰਾਏ ਦੋਨੋਂ ਭਰਾ ਜੋ ਔਰੰਗਜ਼ੇਬ ਬਾਦਸ਼ਾਹ ਵੱਲੋਂ ਕੈਦ ਕੀਤੇ ਨੇ ਪੂਨੇ ਸਿਤਾਰੇ ਦੀ ਜੇਲ੍ਹ ਵਿੱਚ, ਆਪਣੇ ਜੋਤੀ ਜੋ ਸਮਾਨ ਤੋਂ 40 ਸਾਲ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨਾਂ ਨੂੰ ਉੱਥੋਂ ਰਿਹਾ ਕਰਵਾਇਆ, ਆਜ਼ਾਦ ਕਰਵਾਇਆ। ਸੋ ਸਤਿਗੁਰੂ ਮਹਾਰਾਜ ਇਸ ਤਰ੍ਹਾਂ ਪ੍ਰਤੱਖ ਬੰਧਨ ਵੀ ਕੱਢ ਦਿੰਦੇ ਨੇ, ਵਿਕਾਰਾਂ ਦੇ ਬੰਧਨ, ਜੰਮਣਾ ਮਰਨ ਦੇ ਬੰਧਨ, ਇਹ ਸਾਰੇ ਸਤਿਗੁਰੂ ਕੱਢਦੇ ਜਿਹੜੇ ਸਤਿਗੁਰੂ ਦੇ ਪੱਲੇ ਨਾਲ ਲੱਗ ਜਾਂਦੇ ਨੇ। ਉਹਨਾਂ ਨੂੰ ਕੋਈ ਬੰਨ੍ਹ ਨਹੀਂ ਸਕਦਾ ਫਿਰ, ਕਿਉਂਕਿ ਉਹ ਆਪਣੇ ਉਸ ਮਾਲਕ ਨਾਲ, ਹਰੀ ਨਾਲ ਜੁੜੇ ਹੋਏ ਹਨ। ਤੇ ਜਿਹੜੇ ਹਰੀ ਦੇ ਪੱਲੇ ਨਾਲ ਲੱਗਦੇ ਨੇ, ਉਹਨਾਂ ਨੂੰ ਫਿਰ ਗੁਰੂ ਸਾਹਿਬ ਕੋਈ ਵੱਖਰਾ ਨਹੀਂ ਕਰ ਸਕਦਾ ਹੈ। ਗੱਲ ਤਾਂ ਹਰੀ ਦੇ ਪੱਲੇ ਨਾਲ ਲੱਗਣ ਦੀ ਹੈ। ਤੇ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚਦੇ ਹਾਂ, ਸਤਿਗੁਰੂ ਨੂੰ ਮੱਥਾ ਟੇਕਦੇ ਹਾਂ, ਪਰਿਕਰਮਾ ਕਰਕੇ ਗੁਰੂ ਦੀ ਹਜ਼ੂਰੀ ਵਿੱਚ ਬੈਠਦੇ ਨੇ। ਅਸਲ ਵਿੱਚ ਗੁਰੂ ਦੇ ਲੜ ਲੱਗਣ ਤੋਂ ਭਾਵ ਕੀ ਹੈ? ਲੜ ਲੱਗਣ ਤੋਂ ਭਾਵ ਇਹ ਹੈ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਪੜ੍ਹਨੀ। ਜੋ ਸਾਨੂੰ ਗੁਰਬਾਣੀ ਕਹਿ ਰਹੀ ਹੈ
ਗੁਰਬਾਣੀ ਦੇ ਅਨੁਸਾਰ ਅਸੀਂ ਜੀਵਨ ਨੂੰ ਆਪਣੇ ਨੂੰ ਬਤੀਤ ਕਰਨਾ ਹੈ। ਕੇਵਲ ਮੱਥਾ ਟੇਕਣ ਤਾਂ ਆਪਾਂ ਸੀਮਤ ਨਾ ਰਹੀਏ, ਕੋਸ਼ਿਸ਼ ਕਰੀਏ ਕਿ 2-2 4-4 ਅੰਕ ਰੋਜ਼ਾਨਾ ਆਪਾਂ ਕਰੀਏ ਅਤੇ ਸਾਲ ਦੇ ਵਿੱਚ ਭੋਗ ਪਾ ਸਕਦੇ ਹਾਂ ਸਹਿਜ ਪਾਠ ਕਰਕੇ ਸੈਂਚੀਆਂ ਤੋਂ। ਜੇ ਕੋਸ਼ਿਸ਼ ਕਰਾਂਗੇ ਫਿਰ ਗੁਰੂ ਸਵਾਰਿਓ ਸਾਨੂੰ ਕੁਝ ਨਾ ਕੁਝ ਪ੍ਰਾਪਤ ਹੋਵੇਗਾ। ਜਿਹਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜਾ ਪਾਵਨ ਬਾਣੀ ਪੜ੍ਹਦਾ ਨਾਲ ਬਾਣੀ ਨੂੰ ਬਾਚਦਾ, ਅਸਲ ਵਿੱਚ ਫਿਰ ਉਹ ਗੁਰੂ ਦੇ ਲੜ ਲੱਗਿਆ ਹੋਇਆ, ਉਹ ਗੁਰੂ ਦਾ ਪੱਲਾ ਪਕੜਿਆ ਹੋਇਆ ਹੈ। ਅਤੇ ਸਤਿਗੁਰੂ ਮਹਾਰਾਜ ਫਿਰ ਇਹੋ ਜਿਹੇ ਜੀਵਾਂ ਉੱਤੇ ਬਹੁਤ ਵੱਡੀ ਬਖਸ਼ਿਸ਼ ਕਰਦੇ ਹਨ। ਅਤੇ ਸਤਿਗੁਰੂ ਕਹਿੰਦੇ ਜਿਹੜੇ ਉਹ ਸੱਜਣ ਦੇ ਦਾਵਣ ਪੱਲੇ ਨਾਲ ਲੱਗ ਗਿਆ ਨਾ, ਉਹਨੂੰ ਕੋਈ ਵੀ ਬੇਕਾਰ ਇਤਿਆਦਕ ਬੰਨ੍ਹ ਨਹੀਂ ਸਕਦਾ ਹੈ। ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ। ਸੰਸਾਰ ਦੇ ਵਿੱਚ ਮਨੁੱਖ ਧਨ ਕਮਾਉਂਦਾ, ਕੋਈ ਮਾਣਕ ਇਕੱਠੇ ਕਰਦਾ ਫਿਰਦਾ, ਕੋਈ ਮੋਤੀ ਇਕੱਠੇ ਕਰਦਾ ਫਿਰਦਾ, ਲਾਲ ਜਵੇਹਰ ਇਤਿਆਦ ਇਕੱਤਰ ਕਰਦਾ ਹੈ। ਸਾਰੀ ਜ਼ਿੰਦਗੀ ਜੀਵ ਮਿਹਨਤ ਮੁਸ਼ੱਕਤ ਕਰਦਾ। ਜੀਵ ਦੀ ਇੱਕ ਹੀ ਤੀਬਰ ਇੱਛਾ ਹੁੰਦੀ ਹੈ ਕਿ ਮੈਂ ਰਾਤੋਂ ਰਾਤ ਅਮੀਰ ਹੋ ਜਾਵਾਂ, ਰਾਤੋਂ ਰਾਤ ਮੈਂ ਅਮੀਰ ਹੋ ਜਾਵਾਂ। ਪਰ ਕਰਮਾਂ ਤੋਂ ਬਿਨਾਂ ਕੋਈ ਅਮੀਰ ਨਹੀਂ ਹੋ ਸਕਦਾ ਹੈ। ਜਿੰਨਾ ਕੁ ਕਿਸੇ ਦੇ ਕਰਮਾਂ ਵਿੱਚ ਫਲਵਰ ਵਿਧਾਤੇ ਨੇ ਫਲ ਪਾ ਦਿੱਤਾ ਨਾ, ਉਨਾ ਹੀ ਫਲ ਸਾਨੂੰ ਨਸੀਬ ਹੋਣਾ ਹੈ। ਅਤੇ ਪਰ ਜਿੰਨਾ ਧਨ ਜੀਵ ਕਮਾਉਂਦਾ ਹੈ, ਮੋਤੀ ਇਤਿਆਦਿਕ ਸਾਂਭ ਕੇ ਰੱਖਦਾ ਹੈ, ਉਹ ਗੁਰੂ ਸਵਾਰਿਓ ਫਿਰ ਕਈ ਵਾਰੀ ਚੋਰੀ ਹੋ ਜਾਂਦੇ ਨੇ। ਆਪਾਂ ਦੇਖਦੇ ਹਾਂ ਕਿ ਕਈਆਂ ਦੇ ਘਰ ਸੰਨ ਲੱਗਦੀ ਹੈ, ਚੋਰ ਚੋਰੀ ਕਰਕੇ ਲੈ ਜਾਂਦੇ ਨੇ, ਉਹ ਫਿਰ ਉਹ ਰੋਂਦੇ ਨੇ, ਕੁਰਲਾਉਂਦੇ ਹਨ। ਪਰ ਸਤਿਗੁਰੂ ਕਹਿੰਦੇ ਇਹ ਜਿਹੜਾ ਦੁਨਿਆਵੀ ਧਨ ਹੈ, ਦੁਨਿਆਵੀ ਧਨ ਤਾਂ ਚੋਰੀ ਹੋ ਗਿਆ, ਪਰ ਨਾਮ ਰੂਪੀ ਧਨ ਜਿਸ ਜੀਵ ਦੇ ਕੋਲ ਹੈ ਉਹਨੂੰ ਕੋਈ ਚੋਰੀ ਨਹੀਂ ਕਰ ਸਕਦਾ ਹੈ, ਉਹਨੂੰ ਕੋਈ ਸੰਨ ਨਹੀਂ ਲਾ ਸਕਦਾ ਹੈ। ਗੁਰਬਾਣੀ ਨੇ ਫੈਸਲਾ ਕਰ ਦਿੱਤਾ, ਹਰ ਧਨ ਕੋ ਉਚੱਕਾ ਨੇੜ ਨਾ ਆਵੇ, ਜਮ ਜਾਗਾਤੀ ਡੰਡ ਨਾ ਲਗਾਏ। ਜਦੋਂ ਮਨੁੱਖ ਸੰਸਾਰ 'ਚ ਧਨ ਸੰਪਦਾ ਇਕੱਤਰ ਕਰਦਾ, ਜੇ ਮਾਇਆ ਵੱਧ ਹੋ ਜਾਏ ਮਨੁੱਖ ਨੂੰ ਫਿਰ ਸਰਕਾਰ ਨੂੰ ਟੈਕਸ ਭਰਾਉਣਾ ਪੈਂਦਾ ਹੈ। ਜੇ ਟੈਕਸ ਨਾ ਭਰੇ ਤਾਂ ਗੁਰੂ ਸਰਕਾਰ ਛਾਪਾ ਮਾਰਦੀ ਹੈ ਅਤੇ ਜਿਹੜਾ ਧਨ ਸਾਰਾ ਜ਼ਬਤ ਕਰ ਲੈਂਦੀ ਹੈ। ਪਰ ਜਿਹਦੇ ਕੋਲ ਨਾਮ ਰੂਪੀ ਧਨ ਹੈ, ਨਾਮ ਰੂਪੀ ਧਨ ਨੂੰ ਕੋਈ ਸਰਕਾਰੀ ਟੈਕਸ ਨਹੀਂ ਲੱਗ ਸਕਦਾ, ਕੋਈ ਚੋਰ ਇਤਿਆਦਿਕ ਚੋਰ ਉਚੱਕਾ ਚੋਰੀ ਨਹੀਂ ਕਰ ਸਕਦਾ ਹੈ। ਜਿਹਨੇ ਗੁਰੂ ਸਵਾਰੇ ਇਹ ਨਾਮ ਜਪਣਾ ਕੀਤਾ, ਨਾਮ ਰੂਪੀ ਧਨ ਜਿਸ ਜੀਵ ਦੇ ਕੋਲ ਹੈ, ਅਸਲ ਵਿੱਚ ਫਿਰ ਉਹ ਜੀਵ ਉਹੀ ਉਹਦਾ ਮਾਲਕ ਹੁੰਦਾ ਹੈ। ਅਤੇ ਸਤਿਗੁਰੂ ਕਹਿੰਦੇ ਇਸ ਪ੍ਰਕਾਰ ਭਾਈ ਤੂੰ ਉਸ ਮਾਲਕ ਦਾ ਨਾਮ ਜਪਣਾ ਕਰ। ਪਰਮੇਸ਼ਰ ਦਾ ਨਾਮ ਹੀ ਤੇਰੇ ਲਈ ਮਾਣਕ ਹੈ, ਪਰਮੇਸ਼ਰ ਦਾ ਨਾਮ ਹੀ ਮੋਤੀ ਹੈ। ਜਿਹੜਾ ਪ੍ਰਭੂ ਦਾ ਨਾਮ ਜਪਣਾ, ਕਹਿੰਦੇ ਇਹਨੂੰ ਕੋਈ ਚੋਰੀ ਨਹੀਂ ਕਰ, ਇਹਨੂੰ ਕੋਈ ਸੰਨ ਨਹੀਂ ਲਾ ਸਕਦਾ ਹੈ। ਰੰਗ ਸਭੇ ਨਾਰਾਇਣ ਜੇਤੇ ਮਨ ਭਾਵਨ। ਰੰਗ ਸਭੇ ਨਾਰਾਇਣ, ਜਿੰਨੇ ਵੀ ਇਹ ਰੰਗ ਕੌਤਕ ਨੇ, ਆਨੰਦ ਨੇ, ਇਹ ਸਾਰੇ ਉਸ ਨਾਰਾਇਣ ਨਰਾਂ ਦਾ ਜੋ ਆਇਣ ਮਾਲਕ ਪਰਮੇਸ਼ਰ ਹੈ, ਉਹਦੇ ਹੀ ਸਾਰੀਆਂ ਖੇਡਾਂ ਹਨ। ਜਿਵੇਂ ਉਸ ਮਾਲਕ ਦੇ ਮਨ ਨੂੰ ਭਾਉਂਦਾ ਚੰਗਾ ਲੱਗਦਾ ਏ, ਅਤੇ ਮਾਲਕ ਉਸੇ ਤਰ੍ਹਾਂ ਜੀਵਾਂ ਪਾਸੋਂ ਕਰਵਾ ਰਿਹਾ ਹੈ। ਕਿਉਂਕਿ ਜੀਵ ਦੇ ਵੱਸ ਦੀ ਗੱਲ ਨਹੀਂ ਹੈ। ਪਰਮਾਤਮਾ ਜਿਵ ਜਿਵ ਹੁਕਮ ਤਿਵੈ ਤੇ ਵਿਕਾਰ, ਵੇਖੈ ਬਿਗਸੈ ਕਰ ਵਿਚਾਰ। ਆਪਣੇ ਹੁਕਮ ਦੇ ਵਿੱਚ ਹੀ ਹਰ ਇੱਕ ਨੂੰ ਚਲਾ ਰਿਹਾ ਹੈ। ਕੋਈ ਵੀ ਉਸ ਮਾਲਕ ਦੇ ਹੁਕਮ ਤੋਂ ਬਾਹਰ ਨਹੀਂ ਹੈ। ਜਪਜੀ ਸਾਹਿਬ ਦੀ ਪਾਵਨ ਬਾਣੀ ਬਚਨ ਪੜ੍ਹਦੇ ਹਾਂ ਕਿ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਕੋਈ ਉਸ ਮਾਲਕ ਦੇ ਹੁਕਮ ਤੋਂ ਬਾਹਰ ਨਹੀਂ ਹੈ। ਸਾਰਿਆਂ ਨੂੰ ਆਪਣੇ ਹੁਕਮ 'ਚ ਪਰਮੇਸ਼ਰ ਚਲਾ ਰਿਹਾ ਹੈ। ਇਸ ਕਰਕੇ ਜੋ ਆਪਾਂ ਸੰਸਾਰ 'ਚ ਦੇਖਦੇ ਹਾਂ, ਜਿਹੜੇ ਖੇਡਾਂ ਹੋ ਰਹੀਆਂ ਨੇ, ਇਹ ਸਾਰੇ ਉਸ ਮਾਲਕ ਪ੍ਰਭੂ ਦੇ ਰੰਗ ਹਨ। ਜਿਵੇਂ ਜਿੰਨੇ ਉਸ ਦੇ ਮਾਲਕ ਪ੍ਰਭੂ ਦੇ ਮਨ ਨੂੰ ਭਾਉਂਦੇ ਹਨ, ਉਸੇ ਤਰ੍ਹਾਂ ਹੀ ਇਹ ਸਾਰੇ ਕੌਤਕ ਹੋ ਰਹੇ ਹਨ।
ਤੇ ਜਿਹੜਾ ਗੁਰੂ ਦਾ ਸਿੱਖ ਹੈ, ਪ੍ਰਭੂ ਦਾ ਪਿਆਰਾ ਏ, ਉਹ ਮਾਲਕ ਦੀ ਰਜ਼ਾ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ। ਜਦੋਂ ਪ੍ਰਭੂ ਦਾ ਪਿਆਰਾ ਨਾਮ ਰੰਗ 'ਚ ਰੰਗਿਆ ਜਾਂਦਾ ਨਾ, ਫਿਰ ਗੁਰੂ ਸਵਾਰਿਓ ਉਹ ਮਾਲਕ ਦਾ ਦਰ ਕਦੇ ਨਹੀਂ ਛੱਡਦਾ। ਹਰ ਸਮੇਂ ਸਾਸ ਗਰਾਸ ਦੁਆਰਾ ਇੱਕ ਪਰਮੇਸ਼ਰ ਵਾਹਿਗੁਰੂ ਦੀ ਅਰਾਧਨਾ ਕਰਦਾ ਹੈ। ਜੇ ਆਪਾਂ ਇਤਿਹਾਸ ਦੀ ਗੱਲ ਕਰੀਏ, ਬਹੁਤ ਸਾਰੇ ਐਸੇ ਪ੍ਰਮਾਣ ਸਾਨੂੰ ਗੁਰ ਇਤਿਹਾਸ 'ਚੋਂ, ਸਿੱਖਾਂ ਦੇ ਇਤਿਹਾਸ 'ਚੋਂ ਪਤਾ ਲੱਗ ਜਾਂਦਾ। ਜਿਹੜੇ ਸਤਿਗੁਰ ਨਾਲ ਜੁੜ ਜਾਂਦੇ ਨੇ ਨਾ, ਉਹਨਾਂ ਦਾ ਕਦੇ ਮਨ ਭੰਗ ਨਹੀਂ ਹੁੰਦਾ। ਉਹ ਹਰ ਸਮੇਂ ਪਰਮੇਸ਼ਰ ਦੀ ਰਜ਼ਾ ਦੇ ਵਿੱਚ ਰਹਿ ਕੇ ਹੀ ਆਪਣੇ ਜੀਵਨ ਨੂੰ ਬਤੀਤ ਕਰਦੇ ਨੇ। ਦੇਖੋ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਨਮੁਖ ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਜਾ ਰਿਹਾ, ਉਬਲਦੇ ਦੇਗੇ ਵਿੱਚ ਉਬਾਲਣ ਦਾ ਹੁਕਮ ਹੋ ਗਿਆ। ਭਾਈ ਦਿਆਲਾ ਜੀ ਨੂੰ ਅੰਤਮ ਇੱਛਾ ਪੁੱਛੀ ਗਈ ਕਿ ਤੁਹਾਡੀ ਅੰਤਮ ਇੱਛਾ ਕੀ ਹੈ? ਤੇ ਭਾਈ ਦਿਆਲਾ ਜੀ ਨੇ ਉੱਤਰ ਦੇਣਾ ਕੀਤਾ ਕਿ ਮੇਰੀ ਅੰਤਮ ਇੱਛਾ ਇਹ ਹੈ ਕਿ ਮੇਰਾ ਮੁਖ ਗੁਰੂ ਵੱਲ ਹੋਵੇ, ਲੋਹ ਪਿੰਜਰ ਵੱਲ ਮੇਰਾ ਮੁਖ ਹੋਵੇ, ਕਿਉਂਕਿ ਲੋਹ ਪਿੰਜਰ ਦੇ ਵਿੱਚ ਮੇਰੇ ਗੁਰੂ ਵਿਰਾਜਮਾਨ ਨੇ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵਿਰਾਜਮਾਨ ਨੇ। ਦੇਖੋ, ਉੱਥੇ ਫਿਰ ਭਾਈ ਦਿਆਲੇ ਜੀ ਨੇ ਬੇਨਤੀ ਕੀਤੀ। ਬੇਨਤੀ ਕੀ ਕੀਤੀ ਕਿ ਹੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਪੰਜਵੇਂ ਜਾਮੇ ਦੇ ਵਿੱਚ ਆਪ ਜੀ ਉਬਲਦੇ ਦੇਗੇ ਵਿੱਚ ਬੈਠੇ, ਤੱਤੀ ਤਵੀ ਉੱਤੇ ਬੈਠੇ, ਤੇ ਪਾਤਸ਼ਾਹ ਜੀ ਉਦੋਂ ਆਪ ਜੀ ਡੋਲੇ ਨਹੀਂ, ਆਪ ਜੀ ਨਿਰੰਕਾਰ ਹੋ। ਤੇ ਉਦੋਂ ਆਪ ਜੀ ਨੇ ਇੱਕ ਬਚਨ ਕੀਤਾ ਸੀ ਕਿ ਐ ਚੰਦੂ ਸਿਵਾਈ, ਅੱਜ ਅਸੀਂ ਉਬਲਦੇ ਦੇਗੇ 'ਚ ਤੱਤੀ ਤਵੀ ਉੱਤੇ ਬੈਠੇ ਨੇ, ਤੇ ਕੱਲ੍ਹ ਨੂੰ ਸਾਡੇ ਸਿੱਖਾਂ ਦੀ ਵਾਰੀ ਆਵੇਗੀ, ਅਸੀਂ ਤਾਂ ਕੀ ਡੋਲਣਾ ਹੈ, ਸਾਡੇ ਸਿੱਖ ਵੀ ਡੋਲ ਨਹੀਂ ਸਕਣਗੇ। ਸਤਿਗੁਰੂ ਕਹਿਣ ਲੱਗੇ ਕਿ ਉਦੋਂ ਅਸੀਂ ਕਹਿਣ ਲੱਗੇ ਕਿ ਪਾਤਸ਼ਾਹ ਨੇ ਇਹ ਬਚਨ ਕੀਤੇ ਸੀ, ਤੇ ਸਤਿਗੁਰੂ ਹੁਣ ਤੁਹਾਡੇ ਸਿੱਖ ਦੀ ਵਾਰੀ ਹੈ। ਪਾਣੀ ਜਿਹੜਾ ਉਬਲਦਾ ਦੇਗਾ, ਪਾਣੀ ਉਬਾਲੇ ਮਾਰ ਰਿਹਾ ਏ, ਤੇ ਮੇਰੇ ਪਾਤਸ਼ਾਹ ਜੀ ਕਿਰਪਾ ਕਰਨੀ ਕਿਤੇ ਉਬਲਦਾ ਦੇਗਾ ਮੈਨੂੰ ਉਬਾਲ ਨਾ ਦਵੇ। ਸਤਿਗੁਰੂ, ਮੈਂ ਇਸ ਦੇਗੇ ਨੂੰ ਦੇਖ ਕੇ ਡਰ ਨਾ ਜਾਵਾਂ। ਆਪ ਜੀ ਨੇ ਬਖਸ਼ਿਸ਼ ਕਰਨੀ, ਮੈਨੂੰ ਇਹ ਸਮਰੱਥਾ ਬਖਸ਼ਿਸ਼ ਕਰਨੀ, ਤਾਂ ਕਿ ਦੇਗੇ ਦਾ ਜਿੰਨਾ ਵੀ ਪਾਣੀ ਹੈ ਇਹ ਸੜ ਕੇ ਸੁਆਹ ਹੋ ਜਾਵੇ, ਖਤਮ ਹੋ ਜਾਵੇ, ਮੇਰਾ ਸਰੀਰ ਆਲੂ ਵਾਂਗ ਉਬਾਲੇ ਮਾਰ ਲਵੇ, ਪਰ ਸਤਿਗੁਰੂ ਮੇਰਾ ਅੰਦਰ ਨਾ ਉਬਲੇ। ਇਹ ਬੇਨਤੀ ਮੇਰੀ ਦਰ 'ਤੇ ਪ੍ਰਵਾਨ ਕਰਨੀ। ਤੇ ਗੁਰੂ ਸਵਾਰੇ ਜ਼ਾਲਮਾਂ ਨੇ ਅੱਗ ਬਾਲ ਦਿੱਤੀ। ਦੇਗੇ ਵਿੱਚ ਭਾਈ ਸਾਹਿਬ ਨੂੰ ਬਿਠਾਇਆ ਗਿਆ, ਪਾਣੀ ਪਾਇਆ ਗਿਆ, ਅੱਗ ਦੇ ਭਾਂਬੜ ਬਲਦੇ ਨੇ, ਭਾਈ ਸਾਹਿਬ ਦਾ ਸਰੀਰ ਆਲੂ ਵਾਂਗ ਉਬਾਲ ਦਿੱਤਾ ਗਿਆ। ਭਾਈ ਸਾਹਿਬ ਜੀ ਮੁੱਖੋਂ ਵਾਹਿਗੁਰੂ ਵਾਹਿਗੁਰੂ ਪੜ੍ਹਦੇ ਨੇ। ਕੀ ਇਤਿਹਾਸਕਾਰ ਲਿਖਦੇ ਨੇ ਕਿ ਸੁਖਮਨੀ ਸਾਹਿਬ ਦਾ ਪਾਠ ਯਾਦ ਸੀ, ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਸਨ, ਤੇ ਜਦੋਂ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਸਮਾਪਤ ਹੋਈ ਤੇ ਉਦੋਂ ਭਾਈ ਸਾਹਿਬ ਨੇ ਆਪਣਾ ਸਰੀਰ ਤਿਆਗ ਦਿੱਤਾ ਸੀ, ਸ਼ਹਾਦਤ ਦਾ ਜਾਮ ਪੀਣਾ ਕੀਤਾ। ਸੋ ਗੁਰੂ ਕਹਿਣ ਦਾ ਭਾਵ ਹੈ ਕਿ ਪ੍ਰਭੂ ਦੇ ਜਿਹੜੇ ਪਿਆਰੇ ਨੇ ਨਾ, ਪ੍ਰਭੂ ਦੀ ਰਜ਼ਾ ਵਿੱਚ ਰਹਿੰਦੇ ਨੇ, ਭਾਣੇ ਤੋਂ ਕਦੇ ਉਲਟ ਕਰਮ ਨਹੀਂ ਕਰਦੇ। ਜੋ ਉਸ ਮਾਲਕ ਦੇ ਰੰਗ ਨੇ, ਮਾਲਕ ਦੇ ਕੌਤਕ ਨੂੰ, ਉਸੇ ਹੀ ਆਨੰਦ ਵਿੱਚ ਰਹਿੰਦੇ ਨੇ, ਤੇ ਅੱਠੇ ਪੈਰ ਮਾਲਕ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਕਿ ਮਾਲਕ ਜੀ ਤੇਰਾ ਸ਼ੁਕਰ ਹੈ, ਕਦੇ ਵੀ ਹੁਕਮ ਤੋਂ ਉਹ ਬਾਹਰੇ ਨਹੀਂ ਜਾਂਦੇ ਹਨ। ਹਰ ਸਮੇਂ ਗੁਰੂ ਸਵਾਰਿਓ ਉਸ ਮਾਲਕ ਦੇ ਆਨੰਦ ਵਿੱਚ ਰਹਿੰਦੇ ਹਨ। ਜੋ ਹਰ ਲੋੜੇ ਸੋ ਕਰੇ, ਸੋਈ ਜੀ ਕਰਨ। ਜੋ ਹਰ ਲੋੜੇ, ਜੋ ਉਸ ਮਾਲਕ ਪ੍ਰਭੂ ਨੂੰ ਚੰਗਾ ਲੱਗਦਾ ਹੈ, ਭਾਉਂਦਾ ਹੈ, ਜੀਵਾਂ ਪਾਸੋਂ ਮਾਲਕ ਉਹੀ ਕਰਾਉਂਦਾ ਹੈ। ਸੋਈ ਜੀ ਕਰਨ, ਜੀਵ ਉਹੀਓ ਕਰਦਾ ਹੈ। ਭਾਵ ਮਾਲਕ ਵਾਹਿਗੁਰੂ ਆਪਣੇ ਹੁਕਮ ਦੇ ਵਿੱਚ ਹੀ, ਰਜ਼ਾ ਦੇ ਵਿੱਚ ਹੀ ਜੀਵਾ ਪਾਸੋਂ ਕਾਰ ਕਰਾ ਰਿਹਾ ਹੈ। ਕੋਈ ਵੀ ਉਸ ਮਾਲਕ ਦੇ ਹੁਕਮ ਦੀ ਉਲੰਘਣਾ ਨਹੀਂ ਕਰ ਸਕਦਾ। ਜੇਕਰ ਇਹ ਸੋਚੇ, ਦੇਖੋ ਜੇ ਆਪਾਂ ਇਤਿਹਾਸ ਦੀ ਗੱਲ ਕਰੀਏ, ਰਾਵਣ ਦੇ ਬਾਬਤ ਇਹ ਕਹਾਵਤ ਹੈ ਕਿ ਰਾਵਣ ਨੇ ਜਿਹੜਾ ਕਾਲ ਹੈ ਉਹ ਕੱਛ 'ਚ ਬੰਨ੍ਹਿਆ ਹੋਇਆ ਸੀ।
ਪਾਵੇ ਨਾਲ ਬੰਨ੍ਹਿਆ ਹੋਇਆ ਸੀ, ਕਾਲ ਨੂੰ ਕਾਬੂ ਕੀਤਾ ਹੋਇਆ ਸੀ। ਪਰ ਗੁਰੂ ਸਵਾਰੇ ਕੀ ਰਾਵਣ ਨੂੰ ਮੌਤ ਨਹੀਂ ਆਈ? ਰਾਵਣ ਖਤਮ ਹੋਇਆ ਨਾ, ਜਿਹੜਾ ਪੈਦਾ ਕੀਤਾ ਉਹਨੂੰ ਮੁੱਕਣਾ ਇੱਕ ਦਿਨ, ਚਾਹੇ ਜਿੱਡ ਵੱਡੇ ਤੋਂ ਵੱਡਾ ਇਨਸਾਨ ਕਿਉਂ ਨਾ ਹੋਵੇ। ਹਿਰਣਕਸ਼ਪ ਜੈਸੇ ਪ੍ਰਹਿਲਾਦ ਦਾ ਪਿਤਾ, ਜਿਹਨੇ ਵਰ ਮੰਗਿਆ ਸੀ, ਨਾ ਦਿਨੇ ਮਰਾ ਨਾ ਰਾਤ ਨੂੰ ਮਰਾ, ਨਾ ਧਰਤੀ 'ਤੇ ਮਰਾ ਨਾ ਆਕਾਸ਼ 'ਤੇ ਮਰਾ, ਨਾ ਅਸਤਰ ਸੇ ਮਰੂ ਨਾ ਸ਼ਸਤਰ ਸੇ ਮਰੂ, ਨਾ ਹੀ 84 ਲੱਖ ਜੂਨਾਂ ਵਿੱਚ ਮੈਨੂੰ ਕੋਈ ਮਾਰ ਸਕੇ। 7 ਵਾਰ ਸੀ। ਪਰ ਜਦੋਂ ਵਾਰੀ ਆਈ ਨਾ ਸੰਸਾਰ ਤੋਂ ਜਾਣ ਦੀ, ਹੰਕਾਰ ਜਦੋਂ ਸਿਰ ਤੋਂ ਉੱਤੇ ਲੰਘ ਗਿਆ, ਬੜਾ ਅਫਰ ਗਿਆ, ਤੇ ਪਰਮੇਸ਼ਰ ਨੇ ਨਰਸਿੰਘ ਰੂਪ ਧਾਰਨ ਕਰ ਲਿਆ। ਨਰਸਿੰਘ ਰੂਪ ਜਿਹੜਾ ਸਰੀਰ ਸੀ ਮਨੁੱਖਾਂ ਜੈਸਾ, ਜਿਹੜਾ ਮੁੱਖ ਸੀ ਉਹ ਸ਼ੇਰ ਜੈਸਾ, ਸ਼ੇਰ ਦਾ ਮੁੱਖ, ਤੇ ਨਾਮ ਪੈ ਗਿਆ ਨਰਸਿੰਘ। ਨਰ ਦਾ ਅਰਥ ਹੈ ਮਨੁੱਖ, ਸਿੰਘ ਦਾ ਅਰਥ ਹੈ ਸ਼ੇਰ। ਤੇ ਨਰਸਿੰਘ ਰੂਪ ਧਾਰਨ ਕੀਤਾ ਤੇ ਗੁਰੂ ਸਵਾਰੇ ਉਸ ਪ੍ਰਹਿਲਾਦ ਦੇ ਪਿਤਾ ਦੇ ਜਿਹੜੇ ਵਰ ਸੀ ਉਹ ਵੀ ਪੂਰੇ ਕੀਤੇ। ਧਰਤੀ ਦਰਵਾਜ਼ੇ ਦੀ ਦਹਿਲੀਜ਼ ਵਿੱਚ ਖਲੋ ਗਏ, ਪੱਟਾਂ ਉੱਤੇ ਰੱਖ ਲਿਆ, ਕਹਿਣ ਲੱਗੇ ਦੱਸ ਦਿਨ ਹੈ ਜਾਂ ਰਾਤ ਹੈ? ਤਕਾਲਾਂ ਦਾ ਸਮਾਂ ਸੀ, ਨਾ ਸੂਰਜ ਛੁਪਿਆ ਸੀ ਨਾ ਰਾਤ ਹੋਈ ਸੀ। ਕਹਿਣ ਲੱਗਿਆ ਨਾ ਦਿਨ ਹੈ ਨਾ ਰਾਤ ਹੈ, ਦੱਸ ਧਰਤੀ 'ਤੇ ਹੈ ਜਾਂ ਆਕਾਸ਼ 'ਤੇ ਹੈ? ਹੁਣ ਗੁਰੂ ਸਵਾਰਿਓ ਨਾ ਤਾਂ ਉਹ ਧਰਤੀ ਉੱਤੇ ਸੀ ਨਾ ਆਕਾਸ਼ ਪੱਟਾਂ ਉੱਤੇ ਸੀ। ਕਹਿਣ ਲੱਗੇ ਦੱਸ ਅੰਦਰ ਹੈ ਜਾਂ ਬਾਹਰ ਹੈ? ਨਾ ਹੁਣ ਕਮਰੇ ਦੇ ਅੰਦਰ ਸੀ ਨਾ ਬਾਹਰ ਸੀ, ਬਿਲਕੁਲ ਦਰਵਾਜ਼ੇ ਦੀ ਦਹਲੀਜ਼ ਵਿੱਚ ਸੀ। ਕਹਿਣ ਲੱਗੇ ਦੱਸ ਮੇਰੇ ਕੋਲ ਕੋਈ ਸ਼ਾਸਤਰ ਹੈ? ਸ਼ਾਸਤਰਾਂ ਤੋਂ ਹੀਣੇ ਸਨ। ਫਿਰ ਬਚਨ ਕੀਤਾ, ਕਹਿਣ ਲੱਗੇ ਮੈਂ 84 ਲੱਖ ਜੂਨਾਂ ਵਿੱਚ ਆਉਂਦਾ ਹੈ, ਕਿਉਂਕਿ 84 ਲੱਖ ਜੂਨਾਂ ਵਿੱਚ ਜੇ ਆਉਂਦਾ ਹੁੰਦਾ ਫਿਰ ਜਾਂ ਤਾਂ ਮਨੁੱਖ ਹੁੰਦਾ ਜਾਂ ਸ਼ੇਰ ਹੁੰਦਾ। ਅਤੇ ਮੁੱਖ ਜਿਹੜਾ ਸ਼ੇਰ ਵਾਲਾ, ਸਰੀਰ ਜਿਹੜਾ ਮਨੁੱਖਾਂ ਜੈਸਾ। ਅਤੇ ਕਹਿਣ ਲੱਗਾ ਨਹੀਂ। ਫਿਰ ਉਸੇ ਪਰਮੇਸ਼ਰ ਨੇ ਜਿਹੜਾ ਕਹਿੰਦਾ ਮੈਂ ਨਹੀਂ ਮਰਨਾ, ਉਹਨੂੰ ਆਪਣੇ ਨੋਹਾਂ ਦੇ ਨਾਲ ਗੁਰੂ ਸਾਹਿਬ ਖਤਮ ਕੀਤਾ ਸੀ, ਪਾੜ ਦਿੱਤਾ ਸੀ। ਸੋ ਕਹਿਣ ਦਾ ਭਾਵ ਵੱਡੇ ਤੋਂ ਵੱਡੇ ਜਿਹੜੇ ਕਹਾਣ ਵਾਲੇ ਸਨ, ਜਿਹੜੇ ਕਹਿੰਦੇ ਸੀ ਕਿ ਅਸੀਂ ਨਹੀਂ ਮਰਨਾ, ਅਸੀਂ ਅਮਰ ਹੋ ਗਏ ਹਾਂ, ਉਹਨਾਂ ਨੂੰ ਵੀ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਪੈਦਾ ਹੋਏ ਅਤੇ ਹੁਕਮ ਦੇ ਵਿੱਚ ਹੀ ਉਹਨਾਂ ਨੂੰ ਸੰਸਾਰ ਤੋਂ ਜਾਣਾ ਪਿਆ। ਇਸ ਕਰਕੇ ਸਤਿਗੁਰੂ ਕਹਿੰਦੇ ਉਹ ਪਰ ਜੋ ਕੁਝ ਸੰਸਾਰ ਵਿੱਚ ਹੋ ਰਿਹਾ ਉਹ ਵਾਹਿਗੁਰੂ ਆਪ ਹੀ ਕਰਦਾ, ਜਿਵੇਂ ਉਹਨੂੰ ਭਾਉਂਦਾ ਚੰਗਾ ਲੱਗਦਾ ਉਹੀ ਜੀਵਾ ਪਾਸੋਂ ਕਰਾਉਂਦਾ ਹੈ। ਜਿਵੇਂ ਸਤਿਗੁਰੂ ਦਾ ਫਰਮਾਨ ਹੈ ਕਿ ਭਾਈ ਪਰਮੇਸ਼ਰ ਵਾਹਿਗੁਰੂ ਹੀ ਸਭ ਕੁਝ ਕਰਨ ਵਾਲਾ, ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੈ, ਜਿਉਂ ਹਰ ਭਾਵੈ ਤਿਉਂ ਰੱਖੀਐ, ਮੇਰਾ ਹਰ ਜੀਓ ਸਭ ਕੋ ਤੇਰਾ ਵਸ, ਅਸਾਂ ਜੋਰ ਨਾਹੀਂ ਜੇ ਕਿਛ ਕਰ ਹਮ ਸਾਕੈ, ਜਿਉਂ ਭਾਵੈ ਤਿਵੈ ਬਖਸ਼। ਕਿ ਸਾਡੇ ਵਿੱਚ ਜ਼ੋਰ ਨਹੀਂ, ਤਾਕਤ ਨਹੀਂ ਹੈ, ਜੇਕਰ ਆਪਾਂ ਕੁਝ ਕਰਕੇ ਦਿਖਾ ਸਕੀਏ। ਜਿਵੇਂ ਤੈਨੂੰ ਭਾਉਂਦਾ ਉਸੇ ਤਰੀਕੇ ਦੇ ਨਾਲ ਤੂੰ ਆਪਣੇ ਹੁਕਮ ਦੇ ਵਿੱਚ ਹੀ ਸਾਰੀ ਕਾਰ ਕਰਾ ਰਿਹਾ ਹੈ। ਅਤੇ ਨਾਲ ਸਤਿਗੁਰੂ ਇਸੇ ਸ਼ਬਦ 'ਚ ਉੱਤਰ ਦਿੰਦੇ ਨੇ। ਕਈ ਵਾਰੀ ਐਸਾ ਹੁੰਦਾ ਕਿ ਕਈ ਮਨੁੱਖ ਕਹਿੰਦੇ ਕਿ ਅਸੀਂ ਬੜੇ ਦਾਨੇ ਨੇ, ਅਸੀਂ ਬੜੇ ਸਿਆਣੇ ਨੇ, ਸਾਡੇ ਬਰਾਬਰ ਤਾਂ ਕੋਈ ਨਹੀਂ ਕਰ ਸਕਦਾ। ਕਈ ਐਸੇ ਨੇ ਕਿ ਰੱਬ ਨੂੰ ਟੱਬ ਆਖਣ ਲੱਗ ਪੈਂਦੇ ਨੇ। ਗੁਰੂ ਸਾਹਿਬਾਨ ਜੀ ਕਹਿੰਦੇ ਠੀਕ ਹੈ, ਮੰਨ ਲਿਆ ਜਾਵੇ ਤੂੰ ਬੜਾ ਦਾਨਾ ਸਿਆਣਾ ਹੈ, ਤੇਰੇ ਕੋਲ ਵਿਗਿਆਨ ਹੈ, ਗਿਆਨ ਵਿਗਿਆਨ ਦੋਨਾਂ ਦਾ ਤੂੰ ਧਾਰਨੀ ਹੈ, ਪਰ ਕਹਿੰਦੇ ਜੇ ਵਾਕਈ ਤੂੰ ਦੋਨਾਂ ਦਾ ਧਾਰਨੀ ਵੱਡਾ ਵਿਦਵਾਨ ਹੈ ਤੇ ਸਤਿਗੁਰੂ ਇਸੇ ਸ਼ਬਦ ਉੱਤਰ ਦਿੰਦੇ ਕਿ ਪੰਜ ਤਤ ਕਰ ਤੁਧ ਸ੍ਰਿਸ਼ਟ ਸਾਜੀ। ਇਹ ਪਰਮੇਸ਼ਰ ਤੁਸਾਂ ਨੇ ਪੰਜਾਂ ਤੱਤਾਂ ਦੇ ਰਾਹੀਂ ਇਹ ਸ੍ਰਿਸ਼ਟੀ ਸਾਜ ਦਿੱਤੀ, ਜੀਵ ਜੰਤੂ ਬਣਾ ਦਿੱਤੇ। ਕਹਿੰਦੇ ਜੇ ਕੋਈ ਦਾਨਾ ਸਿਆਣਾ ਕਿ ਕਹਿੰਦੇ ਫਿਰ ਉਹਦੇ ਬਾਅਦ ਸਤਿਗੁਰੂ ਉੱਤਰ ਦਿੰਦੇ ਨੇ, ਕਹਿੰਦੇ ਨੇ ਪੰਜ ਤਤ ਕਰ ਤੁਧ ਸ੍ਰਿਸ਼ਟ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਕਹਿੰਦੇ ਜੇ ਕਿਸੇ ਤਾਕਤ ਹੈ, ਕੋਈ ਸਿਆਣਾ ਹੈ, ਕਹਿੰਦੇ ਛੇਵਾਂ ਤੱਤ ਪੈਦਾ ਕਰਕੇ ਦੱਸ ਦੇਵੇ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਇਹ ਨਹੀਂ ਹੋ ਸਕਦਾ
ਪੰਜਾਂ ਤੱਤਾਂ ਪੰਜਾਂ ਦਾ ਵਿਧਾਨ ਪਰਮਾਤਮਾ ਨੇ ਬਣਾਇਆ ਏ। ਜਿਹੜਾ ਪਰਮਾਤਮਾ ਦਾ ਬਣਿਆ ਹੋਇਆ ਵਿਧਾਨ ਹੈ ਉਹਨੂੰ ਕੋਈ ਭੰਗ ਨਹੀਂ ਕਰ ਸਕਦਾ। ਕੋਈ ਇੰਨੀ ਸਿਆਣਪ ਦਾ ਮਾਲਕ ਨਹੀਂ ਹੈ, ਕਿਉਂਕਿ ਜਿਹੜਾ ਜਿਹਦੇ ਕੋਲ ਗਿਆਨ ਵਿਗਿਆਨ ਪ੍ਰਾਪਤ ਜਿਹਨੂੰ ਪ੍ਰਾਪਤ ਹੋਇਆ, ਅਸਲ ਵਿੱਚ ਉਹ ਤਾਂ ਪੈਦਾ ਤਾਂ ਕੀਤਾ ਪਰਮੇਸ਼ਰ ਦਾ ਹੀ ਹੈ ਨਾ। ਪਰਮੇਸ਼ਰ ਦਾ ਪੈਦਾ ਕੀਤਾ ਹੋਇਆ ਅਤੇ ਪਰਮੇਸ਼ਰ ਆਪਣੇ ਹੁਕਮ ਵੀ ਚਲਾ ਰਿਹਾ ਹੈ। ਇਸ ਕਰਕੇ ਗੁਰੂ ਸਾਹਿਬਾਨ ਜੀ ਬਚਨ ਕਰਦੇ, ਕਹਿੰਦੇ ਜੋ ਸੋਈ ਜੀਕ ਜੋ ਉਸ ਮਾਲਕ ਨੂੰ ਭਾਉਂਦਾ ਏ ਉਹੀ ਜੀਵ ਕਰਦੇ ਹਨ। ਜੋ ਪ੍ਰਭ ਕੀਤੇ ਆਪਣੇ ਸੇਈ ਕਹੀਐ ਧੰਨ। ਜੋ ਪ੍ਰਭ ਕੀਤੇ ਆਪਣੇ, ਜਿਹੜੇ ਪ੍ਰਭੂ ਪਰਮਾਤਮਾ ਨੇ ਆਪਣੇ ਬਣਾਏ ਹੋਏ ਨੇ, ਫਿਰ ਉਹੀ ਜੀਵ ਉਸ ਮਾਲਕ ਨੂੰ ਧੰਨ ਕਹਿੰਦੇ ਹਨ। ਫਿਰ ਉਹ ਪ੍ਰੇਮ ਵਿੱਚ ਭਿੱਜ ਕੇ ਆਖਦੇ ਨੇ, ਉਸ ਮਾਲਕ ਦੀ ਸਿਫਤ ਸਲਾਹ ਵਡਿਆਈ ਕਰਦੇ ਹਨ। ਕਿਉਂਕਿ ਅਸਲ ਵਿੱਚ ਪਰਮਾਤਮਾ ਨੇ ਹੀ ਸਾਨੂੰ ਪੈਦਾ ਕੀਤਾ, ਅਤੇ ਪਰ ਜਿਹੜੇ ਪਰਮਾਤਮਾ ਨੂੰ ਭਾਉਂਦੇ ਨੇ, ਚੰਗੇ ਲੱਗਦੇ ਨੇ, ਉਹਨਾਂ ਨੂੰ ਪਰਮਾਤਮਾ ਆਪਣੇ ਬਣਾ ਲੈਂਦਾ ਹੈ। ਆਪਣੇ ਬਣਾ ਕੇ ਉਹਨਾਂ ਪਾਸੋਂ ਪਰਿਪੂਰਨ ਪਰਮਾਤਮਾ ਫਿਰ ਨਾਮ ਜਪਾਉਂਦਾ ਏ, ਬੰਦਗੀ ਕਰਾਉਂਦਾ ਹੈ। ਫਿਰ ਉਹਨਾਂ ਦਾ ਸੰਸਾਰ ਵਿੱਚ ਆਇਆ ਸਫਲਾ ਹੁੰਦਾ ਏ। ਉਹਨਾਂ ਨੂੰ ਫਿਰ ਦੁਨੀਆ ਦੇ ਲੋਕ ਆਖਦੇ ਨੇ ਕਿ ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਹ ਪ੍ਰਭੂ ਦੇ ਪਿਆਰੇ ਜਨ ਬਣ ਜਾਂਦੇ ਨੇ। ਪਰਮਾਤਮਾ ਦੀ ਬੰਦਗੀ ਕਰਕੇ, ਇਬਾਦਤ ਕਰਕੇ ਉਹ ਪ੍ਰਭੂ ਦਾ ਹੀ ਰੂਪ ਬਣ ਜਾਂਦੇ ਨੇ, ਅਤੇ ਉਹਨਾਂ ਨੂੰ ਫਿਰ ਦੁਨੀਆ ਦੇ ਲੋਕ ਮਾਣ ਸਨਮਾਨ ਦਿੰਦੇ ਹਨ। ਉਹੀ ਫਿਰ ਉਸ ਮਾਲਕ ਨੂੰ ਧੰਨ ਆਖਦੇ ਨੇ, ਜਿਹੜੇ ਪਰਮਾਤਮਾ ਨੇ ਆਪਣੇ ਬਣਾਏ ਹੋਏ ਹਨ। ਜਿਵੇਂ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਜਦੋਂ 80,000 ਦੇ ਇਕੱਠ ਨੂੰ ਸੰਬੋਧਨ ਕਰਕੇ ਪੰਜਾਂ ਸਿਰਾਂ ਦੀ ਮੰਗ ਕੀਤੀ ਹੈ, ਅਤੇ ਗੁਰੂ ਪੰਜ ਨੇਤਰੇ ਸੀ, ਅਤੇ ਪੰਜਾਂ ਨੂੰ ਆਖਿਆ ਤੁਸੀਂ ਮੇਰੇ ਪੰਜ ਪਿਆਰੇ ਹੋ, ਮੇਰੇ ਪੰਜ ਪਿਆਰੇ ਹੋ। ਚਾਰ ਸਾਹਿਬ ਜਦੋਂ ਆਪਾਂ ਅਰਦਾਸ ਕਰਦੇ ਹਾਂ ਨਾ, ਅਰਦਾਸ ਵਿੱਚ ਪਹਿਲਾਂ 10 ਪਾਤਸ਼ਾਹੀਆਂ ਦਾ ਨਾਮ ਆਉਂਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਮ ਆਉਂਦਾ, ਫਿਰ ਪੰਜਾਂ ਪਿਆਰਿਆਂ ਦਾ ਨਾਮ ਆਉਂਦਾ। ਉਸ ਤੋਂ ਬਾਅਦ ਫਿਰ ਸਾਹਿਬਜ਼ਾਦੇ, ਚਾਰ ਸਾਹਿਬਜ਼ਾਦੇ ਹੋਰ ਜਿੰਨੇ ਵੀ ਸ਼ਹੀਦ ਸਿੰਘ ਨੇ, ਉਹਨਾਂ ਦਾ ਬਾਅਦ 'ਚ ਨਾਮ ਆਉਂਦਾ ਹੈ। ਭਾਵ ਕਹਿਣ ਦਾ ਕਿ ਗੁਰੂ ਸਾਹਿਬਾਨ ਜੀ ਨੇ ਜਿਨ੍ਹਾਂ ਨੂੰ ਆਪਣੇ ਬਣਾਇਆ ਨਾ, ਉਹਨਾਂ ਨੂੰ ਫਿਰ ਮਾਣ ਸਨਮਾਨ ਦੇਣਾ ਕੀਤਾ। ਪੰਜਾਂ ਨੇ ਸਤਿਗੁਰ ਦਾ ਹੁਕਮ ਮੰਨ ਕੇ ਸੀਸ ਦਿੱਤਾ, ਅਤੇ ਪੰਜਾਂ ਉੱਤੇ ਸਤਿਗੁਰੂ ਜੀ ਨੇ ਐਡੀ ਵੱਡੀ ਬਖਸ਼ਿਸ਼ ਕਰ ਦਿੱਤੀ ਕਿ ਇਨ ਪੰਚਨ ਮੋਰੋ ਵਾਸਾ ਪਾਤਸ਼ਾਹ ਨੇ ਆਖ ਦਿੱਤਾ। ਜਦੋਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੋਤੀ ਜੋ ਸਮਾਨ ਲੱਗੇ ਹਜ਼ੂਰ ਸਾਹਿਬ ਦੀ ਧਰਤੀ 1708 ਈਸਵੀ ਨੂੰ, ਸਿੰਘ ਬਰਾਗ ਕਰਨ ਲੱਗੇ, ਸੰਗਤਾਂ ਬਰਾਗ ਕਰਦੀਆਂ ਨੇ। ਕਲਗੀਧਰ ਪਾਤਸ਼ਾਹ ਕਹਿਣ ਲੱਗੇ ਭਾਈ ਬਰਾਗ ਨਹੀਂ ਕਿਸੇ ਨੇ ਕਰਨਾ। ਹੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ, ਆਪ ਜੀ ਸਾਨੂੰ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਰ ਲੜ ਲਾ ਕੇ ਚੱਲੇ ਹੋ, ਅਤੇ ਸਤਿਗੁਰੂ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਨੇ ਇਹ ਤਾਂ ਬੋਲਦੇ ਨਹੀਂ, ਸ਼ਬਦ ਗੁਰੂ ਨੇ। ਧੰਨ ਗੁਰੂ ਕਲਗੀਧਰ ਪਾਤਸ਼ਾਹ ਕਹਿੰਦਾ ਕੌਣ ਕਹਿੰਦਾ ਨਹੀਂ ਬੋਲਦੇ ਹਨ। ਸਤਿਗੁਰੂ ਕਹਿਣ ਲੱਗੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾਵੇ, ਹੁਕਮਨਾਮਾ ਸਾਹਿਬ ਜੋ ਹੈ, ਕਹਿੰਦੇ ਹੁਕਮਨਾਮਾ ਜਦੋਂ ਗ੍ਰੰਥੀ ਸਿੰਘ ਪੜ੍ਹ ਕੇ ਸੁਣਾਉਂਦਾ ਏ, ਅਸਲ ਵਿੱਚ ਕਹਿੰਦੇ ਉਹ ਗੁਰੂ ਬੋਲਦਾ ਹੈ। ਰਸਨਾ ਗ੍ਰੰਥੀ ਸਿੰਘ ਦੀ ਹੁੰਦੀ ਹੈ, ਬਾਣੀ ਸਤਿਗੁਰਾਂ ਦੀ ਹੁੰਦੀ, ਹੁਕਮ ਗੁਰੂ ਦਾ ਹੁੰਦਾ ਏ, ਅਤੇ ਸਤਿਗੁਰੂ ਫੈਸਲਾ ਕਰ ਦਿੰਦੇ ਨੇ। ਬਾਕੀ ਜਿਹੜਾ ਹੁਕਮ ਮੰਨਣਾ ਨਹੀਂ ਮੰਨਣਾ ਉਹ ਤੁਹਾਡੀ ਮਰਜ਼ੀ ਹੈ। ਜਿਵੇਂ ਆਪਾਂ ਗੁਰੂ ਦਾ ਹੁਕਮ ਸੁਣਦੇ ਵੀ ਹਾਂ, ਬੋਰਡ 'ਤੇ ਲਿਖਿਆ ਹੋਇਆ ਪੜ੍ਹ ਵੀ ਲੈਂਦੇ ਹਾਂ, ਪਰ ਜਿਹੜੇ ਮੰਨਦੇ ਨੂੰ ਮੁਬਾਰਕ, ਨਹੀਂ ਮੰਨਦੇ ਉਹ ਗੁਰੂ ਸਵਾਰੇ ਫਿਰ ਇਸ ਤਾਂ ਬਾਰ-ਬਾਰ ਸੁਣ ਕੇ ਛੱਡਣ ਵਾਲੇ ਨੇ। ਕਲਗੀਧਰ ਪਾਤਸ਼ਾਹ ਨੇ ਫਿਰ ਦੂਸਰਾ ਬਚਨ ਕੀਤਾ, ਕਹਿਣ ਲੱਗੇ ਪਾਤਸ਼ਾਹ ਫਿਰ ਤੁਹਾਡੇ ਠੀਕ ਹੈ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਸ਼ਨ ਦਾਰੇ ਆਪਾਂ ਕਰਾਂਗੇ, ਬਾਣੀ ਪੜ੍ਹ ਲਵਾਂਗੇ, ਪਰ ਪਾਤਸ਼ਾਹ ਮਨ ਕਰਦਾ ਜਦੋਂ ਸਤਿਗੁਰੂ ਨੂੰ ਮਿਲਣਾ, ਤੁਹਾਡੇ ਦੀਦਾਰ ਕਰਨੇ ਹੋਣ। ਅਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਬਚਨ ਕੀਤੇ ਸੀ, ਕਹਿੰਦੇ ਪੰਜ ਸਿੰਘ ਇਕੱਤਰ ਕਰਕੇ ਪੰਜਾਂ ਪਾਸੋਂ ਅਰਦਾਸ ਕਰਾ ਲੈਣੀ, ਉਹਨਾਂ ਪੰਜਾਂ ਦੇ ਵਿੱਚ ਮੇਰਾ ਵਾਸਾ,
इन पंचन मोरो वासा, इन्ना मान सन्मान देना कीता। फिर सिख कहन लगे कि पातशाह कई बारी ऐसा हुंदा है कि पंजां ने अरदास कीती, पंज सिंह कई, क्योंकि समा इहो जिहा उदों चल रहा सी, पत्ता पत्ता ਸਿੰਘਾਂ ਦਾ बैरी सी। कलगीधर पातशाह ज्योति जो समान तो बाद वखरी गल है, एक बारी बाबा बंदा सिंह बहादुर ने खालसा राज पैदा कर दिता, पर बाबा बंदा सिंह बहादुर के शहीद होने तो बाद ਸਿੰਘਾਂ ਦੇ जो सिरां दे मुल पे ने, इहो जे हालात बने कि सिंह अपने घरां नूं छड्ड के जंगल वासी बन गए सन। जंगलों उत्ते पहाड़ों उत्ते जह रह के लोग अपना जीवन बतीत करते सी। कहन लगे कि पातशाह कई बारी फिर समा इहो जी आ जाता कि पंज सिंह एक थां ते इकट्ठा ना होवे। ते कलगीधर पातशाह महाराज ने वचन कीते सी, कहन लगे कि भाई उदों मेरा सिंह तैयार बर तैयार हो के सोहनी दस्तार सजा के शास्त्र सजा के शीशे अगे खलो जावे, शीशे अगे खलो के अपना मुख देख के एक दूजे नूं फतेह बुला देनी है, देख के फतेह गजा देनी है। कहते एक सिंह दे विचों ही कहते मेरे दीदार होणगे। इन्ना प्रेम गुरु कलगीधर पातशाह सानूं करदे ने। पर दुख उदों हुंदा जदों आपां गुरु साहिबान जी दा जो सानूं सतगुरू हुक्म कीता है कि मेरा सिख सावल सूट दस्तार सिरा होवे, मेरा सिख शास्त्र धारी होवे, मेरे सिख ने खंडे बट की पुल छकी होवे, ते माफ़ करना तो दुख उदों लगता है कि सावल सूरत होण जिहड़ा अपने केसां दा सिख भी सिखां दे बच्चे कतल करवा रहे ने। दस्तारां तो दूर की गल दी है, तो इत्थों तक सिख हालात इहो जिहे हो गए ने कि अज बच्चियां दे सिरां उत्ते कैप आ गई है, टोपी आ गई है। गुरु साहिबान तो कहते ने कि होए सिख सिर टोपी धरै, 7 जन्म कुश्ती होए मरै। कलगीधर पातशाह रहतनाम विच वचन कीते ने, पर अज सिखां दे परिवार हो के सिखां दे बच्चे हो के ते सिर उत्ते टोपी लैंदे ने कि गुरु कलगीधर पातशाह जी सानूं खुशियां मिलणगीਆਂ। जिहो जिहा सतगुरु कलगीधर पातशाह महाराज ने सातों कुछ छुपा के रखना कीता। जे सतगुरु ने अपने सूरमे ਸਿੰਘਾਂ ਨੂੰ मैदाने जंग विच भेजे आए ते नाल साहिबजादे नूं भेजिया कि भाई तुसीं इह ना दुनिया दे लोक ते इह ना आखण कि कलगियां वाले पातशाह ने अपने पुੱਤ बचा ले ते ਸਿੰਘਾਂ ਨੂੰ शहीद करवा दिता। ते मैदाने जंग जे भाई दया सिंह जैसे होर सूरमे गए ने ते कलगीधर पातशाह ने अपने साहिबजादे नूं अपने हत्थी तैयार करके भेजना कीता। सो गुरु सवारियो, इस करके सावल सूरत होइए, खंडे बाटे दा अमर छकीए, फिर गुरु कलगीधर पातशाह गुरु ग्रंथ साहिब मल सानूं खुशियां प्राप्त होणगी। देखो जिहो जिहा स्वरूप गुरु कलगीधर पातशाह दा, उहो जिहा स्वरूप सतगुरु जी ने अपने सिंह नूं बख्शना कीता। जे गुरु कलगियां वाले पातशाह ने सीस उत्ते दस्तार सजाई तो सानूं हुक्म करता कि सीस उत्ते दस्तार सजानी है। जे कलगीधर पातशाह जी ने 5 ककारां दी वर्दी पहनी है तो सानूं हुक्म करता कि 5 ककारां दी वर्दी पहननी है। जे कलगीधर पातशाह दे मुख उत्ते दाड़ा है तो सानूं भी हुक्म करता कि भाई मुख उत्ते दाड़ा सजाना, सिख ने दाड़े का कतल नहीं करना। ये मेरी मोहर ने, केस मेरी मोहर हन, पातशाह ने बचन कीते। इस करके गुरु सवारे इत्थे सतगुरु जी कहते ने जेड़े उस जो आपन लिया जे मिलै बिछड़ क्यों रवान, जो हर लोड़े सो करे सोई जी करान, जो प्रभ कीते आपने सही कही है धन। जेड़े प्रभु ने अपने बना ले ना, प्रभु नाल एक मिक हो गए, उन्होंने कहते फिर धन आख्या जाता है। भाव वो प्रभु दे गुण गैन करके प्रभु का ही रूप बन जाते हैं। आपन लिया जे मिलै बिछड़ क्यों रोवान। गुरु साहिबान जी कहते ने फिर जिहड़े एक जीव इहो जे हन जे जीव नूं अपना आपन लिया जे अपना कीता सब कुछ मिलता है, कहते फिर बिछड़ के रोवान रोंदे क्यों हन। भाव जिहड़े मैं विच फिर विचरदे ने, जिहड़े ये आखदे ने कि मैं आ कर देंगा मैं आ कर देंगा, कहते जो विछोड़ा पैंदा विछोड़े वेले भाई फिर वो रोंदे क्यों हन।
ਭਾਵ ਉਸ ਮਾਲਕ ਦੇ ਹੁਕਮ ਵਿੱਚ ਹੀ ਪੈਦਾ ਹੁੰਦੇ ਨੇ। ਮਾਲਕ ਦੇ ਹੁਕਮ ਵਿੱਚ ਸਾਡੀ ਪਾਲਣਾ ਪੋਸ਼ਣਾ ਹੋ ਰਹੀ ਹੈ। ਪ੍ਰਭੂ ਦੇ ਹੁਕਮ ਦੇ ਵਿੱਚ ਹੀ ਗੁਰੂ ਸਵਾਰਿਓ ਸਾਡੀ ਲੈਤਾ ਹੁੰਦੀ ਆ, ਆਪਾਂ ਸੰਸਾਰ ਨੂੰ ਛੱਡ ਕੇ ਜਾਂਦੇ ਹਨ। ਵਿਛੋੜਾ ਮਿਲਾਉਣ ਵਾਲਾ ਵੀ ਉਹੀ ਹੈ ਅਤੇ ਵਿਛੋੜਾ ਪਾਉਣ ਵਾਲਾ ਵੀ ਉਹੀ ਹੈ। ਸੰਜੋਗ ਵਿਜੋਗ ਧੁਰੋਂ ਹੀ ਹੁਆ, ਪੰਚ ਧਾਤ ਕਾ ਪੁਤਲਾ ਕੀਆ। ਆਪਦਕ ਪੁਤਲੇ ਹਨ, ਪਰ ਜੋ ਦੁੱਖ ਹੈ ਅਤੇ ਸੁੱਖ ਇਹ ਧੁਰੋਂ ਦਰਗਾਹੋਂ ਮਾਲਕ ਨੇ ਲਿਖੇ ਹੋਏ ਨੇ। ਮਨੁੱਖ ਦੀ ਇਹਦੇ 'ਚ ਕੁਝ ਨਹੀਂ ਚੱਲਦਾ। ਜੋ ਉਸ ਮਾਲਕ ਦਾ ਹੁਕਮ ਹੈ, ਹੁਕਮ ਦੀ ਸਾਨੂੰ ਪਾਲਣਾ ਕਰਨੀ ਚਾਹੀਦੀ ਹੈ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ। ਸਾਧੂ ਸੰਗ ਪ੍ਰਾਪਤੇ, ਜਿਨ੍ਹਾਂ ਨੂੰ ਭਾਈ ਗੁਰੂ ਰੂਪੀ ਸਾਧੂਆਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ, ਜਾਂ ਸਤ ਸੰਗਤ ਦੀ ਪ੍ਰਾਪਤੀ ਹੋ ਜਾਂਦੀ ਹੈ, ਜਾਂ ਉਹਨਾਂ ਸਾਧੂ ਸੰਤਾਂ ਮਹਾਂਪੁਰਖਾਂ ਦੀ ਜਿਹੜੇ ਆਪ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਨੇ ਅਤੇ ਲੋਕਾਈ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜਦੇ ਹਨ। ਆਪ ਗੁਰਬਾਣੀ ਪੜ੍ਹਦੇ, ਗੁਰਬਾਣੀ ਦਾ ਪ੍ਰਚਾਰ ਕਰਦੇ ਨੇ ਅਤੇ ਦੁਨੀਆ ਦੇ ਲੋਕਾਂ ਨੂੰ ਆਖਦੇ ਕਿ ਭਾਈ ਬਾਣੀ ਪੜ੍ਹੋ, ਬਾਣੀ ਦਾ ਵੱਧ ਤੋਂ ਵੱਧ ਪ੍ਰਚਾਰ ਕਰੋ। ਉਹੋ ਜਿਹੇ ਸਾਧੂ ਮਹਾਂਪੁਰਖਾਂ ਦੀ, ਇਹੋ ਜਿਹੇ ਗੁਰਮੁਖਾਂ ਦੀ, ਗੁਰੂ ਰੂਪੀ ਸਾਧੂ ਦੀ ਜਿਨ੍ਹਾਂ ਨੂੰ ਸੰਗਤ ਪ੍ਰਾਪਤ ਹੋ ਜਾਂਦੀ ਹੈ, ਕਹਿੰਦੇ ਫਿਰ ਨਾਨਕ ਰੰਗ ਮਾਣਨ। ਨਾਨਕ ਗੁਰੂ ਜੀ ਉਚਾਰਨ ਕਰਦੇ ਨੇ, ਕਹਿੰਦੇ ਫਿਰ ਉਸ ਆਨੰਦ ਨੂੰ ਕਹਿੰਦੇ ਉਹ ਮਾਣਦੇ ਹਨ। ਉਹ ਆਨੰਦ ਜਿਹੜਾ, ਜਿਸ ਆਨੰਦ ਬਾਬਤ ਪਾਤਸ਼ਾਹ ਕਹਿੰਦੇ ਨੇ ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਉਹ ਆਨੰਦ, ਉਹ ਫਿਰ ਗੁਰੂ ਸਵਾਰ ਜਿਹੜਾ ਗੁਰੂ ਪਾਸੋਂ ਆਨੰਦ ਪ੍ਰਾਪਤ ਹੁੰਦਾ ਨਾ, ਉਸ ਆਨੰਦ ਨੂੰ ਉਹ ਗੁਰਮੁਖ ਜਨ ਗੁਰੂ ਕੀ ਸੰਗਤ ਕਰਕੇ ਮਾਣਦੇ ਹਨ। ਦੇਖੋ ਗੁਰਬਾਣੀ ਦਾ ਫਰਮਾਨ ਹੈ ਕਿ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਈ ਹੈ। ਉਹ ਰਾਜ ਭਾਗ ਪ੍ਰਾਪਤ ਕਰਕੇ ਸੁੱਖ ਨਹੀਂ ਮਿਲ ਸਕਦਾ, ਜਿਹੜਾ ਸੁੱਖ ਸਾਨੂੰ ਗੁਰੂ ਦੀ ਸ਼ਰਨ ਵਿੱਚ ਆ ਕੇ, ਪਰਮੇਸ਼ਰ ਦੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੋਣਾ ਹੈ। ਕਿਉਂਕਿ ਦੁਨਿਆਵੀ ਰਾਜ ਭਾਗ ਜਿਹੜਾ ਹੈ, ਮੰਨ ਲਓ 5 ਸਾਲ ਲਈ ਕੋਈ ਮੰਤਰੀ ਬਣ ਗਿਆ, MLA ਬਣ ਗਿਆ, ਪ੍ਰਧਾਨ ਮੰਤਰੀ ਬਣ ਗਿਆ, ਉਹ 5 ਸਾਲ ਬਾਅਦ ਉਹ ਬਦਲ ਜਾਂਦਾ, ਤਖਤ ਬਦਲ ਜਾਂਦਾ ਹੈ। ਜਾਂ ਆਪਾਂ ਕਿ 10 ਸਾਲ ਜੋ ਜਿਹਦਾ ਕੋਈ ਕੰਮ ਵਧੀਆ ਕੀਤਾ 10 ਸਾਲ ਤੱਕ ਲੰਘ ਸਕਦਾ ਹੈ, ਅਤੇ ਇੱਕ ਦਿਨ ਉਹ ਜਿਹੜਾ ਤਖਤ ਹੈ ਉਹ ਪਲਟ ਜਾਂਦਾ ਹੈ। ਪਰ ਪਰਮੇਸ਼ਰ ਦਾ ਜਿਹੜਾ ਤਖਤ ਹੈ, ਗੁਰੂ ਸਾਹਿਬ, ਉਹ ਜੁਗੋ ਜੁਗ ਅਟਲ ਹੈ। ਜਿਹੜੇ ਉਸ ਮਾਲਕ ਦੇ ਲੜ ਲੱਗਦੇ ਨੇ ਨਾ, ਫਿਰ ਉਹ ਉਸ ਤਖਤ ਤੋਂ ਤਾਜ ਦੇ ਜਿਹੜੇ ਲੜ ਲੱਗ ਜਾਂਦੇ ਨੇ, ਉਹ ਗੁਰੂ, ਉਹਨਾਂ ਦਾ ਸੁੱਖ ਕਦੇ ਵੀ ਭੰਗ ਨਹੀਂ ਹੁੰਦਾ ਹੈ। ਦੁਨਿਆਵੀ ਰਾਜੇ ਦਾ ਸੁੱਖ ਜਿਹੜਾ ਅੱਜ ਸੁਖੀ ਹੈ, ਰਾਜ ਭਾਗ ਭੁਗ ਰਹੇ ਆ, ਕੱਲ੍ਹ ਨੂੰ ਕਿਸੇ ਗਵਾਂਢੀ ਦੇਸ਼ ਦੇ ਰਾਜ ਨੇ ਹਮਲਾ ਕੀਤਾ ਅਤੇ ਰਾਜ ਭਾਗ ਖਤਮ ਹੋ ਗਿਆ, ਉਹੀ ਫਿਰ ਰਾਜਾ ਭਿਖਾਰੀ ਬਣ ਗਿਆ, ਦੁੱਖ ਦਾ ਕਾਰਨ ਬਣ ਗਿਆ। ਪਰ ਜਿਹੜੇ ਪਰਮੇਸ਼ਰ ਦੇ ਆਨੰਦ ਵਿੱਚ ਨੇ, ਉਹ ਗੁਰੂ ਸਵਾਰਿਓ ਉਸ ਮਾਲਕ ਦੇ ਗੁਣਾਂ ਦਾ ਗੈਣ ਕਰਦੇ ਨੇ। ਸਰਮਦ ਫਕੀਰ ਜੈਸੇ, ਜਿਨ੍ਹਾਂ ਨੂੰ ਅਨੇਕਾਂ ਤਸੀਹੇ ਦੇ ਕੇ ਖਤਮ ਕੀਤਾ ਗਿਆ, ਸ਼ਹੀਦ ਕੀਤਾ ਗਿਆ, ਪਰ ਬੇਪਰਵਾਹ ਸਦਾ ਰੰਗ ਹਰ ਕੈ, ਜਾ ਕੋ ਪਾਖ ਸੁਆਮੀ, ਇਹੋ ਜਿਹੀ ਅਵਸਥਾ ਦੇ ਉਹ ਧਾਰਨੀ ਸਨ। ਅਤੇ ਸਤਿਗੁਰੂ ਕਹਿੰਦੇ ਨੇ ਇਸ ਤਰ੍ਹਾਂ ਫਿਰ ਉਸ ਆਨੰਦ ਨੂੰ ਉਹ ਮਣਨ ਮਾਣਦੇ ਹਨ। ਹਰ ਜੇਠ ਰੰਗੀਲਾ ਤਿਸ ਧਾਣੀ, ਜਿਸ ਕੈ ਭਾਗ ਮਥਨ। ਹਰ ਜੇਠ ਰੰਗੀਲਾ ਤਿਸ ਧਾਣੀ, ਮਨੁੱਖਾ ਜਨ ਰੂਪੀ ਜੇਠ ਦਾ ਮਹੀਨਾ ਰੰਗੀਲਾ ਉਹਨਾਂ ਲਈ ਰੰਗਿਆ ਹੋਇਆ ਹੈ। ਉਹ ਰੰਗੇ ਹੋਏ ਨੇ ਉਹ ਧਣੀ ਹਨ ਜਿਹਦੇ ਮੱਥੇ ਦੇ ਚੰਗੇ ਭਾਗ ਹਨ, ਜਿਹਦੇ ਮੱਥੇ ਦੇ ਚੰਗੇ ਭਾਗ ਹਨ। ਅਸਲ ਵਿੱਚ ਫਿਰ ਉਹ ਗੁਰੂ ਸਵਾਰੇ ਗੁਰੂ ਦੀ ਕਿਰਪਾ ਦੇ ਰਾਹੀਂ ਉਸ ਪਰਮੇਸ਼ਰ ਦੇ ਗੁਣਾਂ ਦਾ ਗੈਣ ਕਰਦੇ ਹਨ। ਉਹ ਧਣੀ ਹੋ ਜਾਂਦੇ ਹਨ, ਅਮੀਰ ਹੋ ਜਾਂਦੇ ਹਨ, ਉਸ ਮਾਲਕ ਦੇ ਨਾਮ ਰੰਗ 'ਚ ਉਹ ਰੰਗੇ ਜਾਂਦੇ ਹਨ। ਅਤੇ ਇਸ ਤਰ੍ਹਾਂ ਗੁਰੂ ਸਵਾਰਿਓ ਇਹ ਸਤਿਗੁਰੂ ਮਹਾਰਾਜ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਜੇਠ ਦੇ ਮਹੀਨੇ ਦੇ ਪਾਵਨ ਸ਼ਬਦ ਦੁਆਰਾ ਸਤਿਗੁਰੂ ਨੇ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜੇ ਆਪਾਂ ਕਮਾਵਾਂਗੇ ਤਾਂ ਸਾਡਾ ਲੋਕ ਸੁਖੀਏ, ਪਰ ਲੋਕ ਸਹੇਲੇ
नानक हर प्रभ आपे मेले दी पातशाह साडे ते बख्शिश करनगे। होईयां भुल्लां चुक्कां दी खिमा। आओ अखीरलियां पंक्तियां पढ़ के